ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕਿਦਾ ਸਾਹਿਬ ਵੈਲਕਮ ਜੀ ਆਇਆਂ ਨੂੰ ਸਵਾਗਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਲਾ ਸਾਹਿਬ, ਸਤਿ ਸ੍ਰੀ ਅਕਾਲ ਸਰ ਦਰਸ਼ਕਾਂ ਸਰੋਤਿਆਂ ਨੂੰ ਜੀ ਧੰਨਵਾਦ। ਕੀ ਹਾਲ ਚਾਲ ਠੀਕ ਠਾਕ ਹੋ? हाँ चलो सब बहुत बढ़िया ठीक है फिट है। पंजाब सरकार बनने जा रही है जी। शहीद आजम सरदार भगत सिंह राजगुरु सुखदेव खटकल कलां इतिहासिक जगह फिरोजपुर उत्थे बन जा रहा है एक बहुत वड्डा इतिहास जिहदे विच भगवंत मान अपनी कैबिनेट के मैंबरां दे नाल सहुं चुक समागम दे विच शामिल होणगे और उदों पहलां कुंवर विजय प्रताप की जित इस जित के कई मायने ने। ये जित करके पंजाब पुलिस ਦੇ ਕਈ ਅਧਿਕਾਰੀਆਂ ਦੇ ਹੱਥਾਂ ਪੈਰਾਂ ਦੀ ਪਈ ਹੈ ਤੇ ਕਈ ਪੰਜਾਬ ਪੁਲਿਸ ਵਾਲੇ ਡਾਂਸ ਵੀ ਕਰ ਰਹੇ ਨੇ, ਭੰਗੜੇ ਵੀ ਪਾ ਰਹੇ ਨੇ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਅਸਲ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਚਰਚਿਤ ਚਿਹਰਾ ਹੈਗਾ ਤੇ ਇਹਨੂੰ ਇਮਾਨਦਾਰ ਵੀ ਕਿਹਾ ਜਾਂਦਾ ਪੁਲਿਸ ਵਿੱਚ। ਬੜੀਆਂ ਘੁੰਟਣਾ ਜਾੜਨਾ ਪੁਲਿਸ ਹੈ। ਕੱਲ ਮੇਰੀ ਇੱਕ ਪੁਲਿਸ ਦੇ ਹਾਈ ਲੈਵਲ ਦੇ ਅਧਿਕਾਰੀ ਨਾਲ ਗੱਲ ਹੋ ਰਹੀ ਸੀਗੀ ਤੇ ਉਹ ਆਪਣਾ ਗੱਲ ਕਰਨ ਲੱਗਿਆ, ਕਹਿੰਦਾ ਜੇਕਰ ਇਹਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਨਾ ਕਿਤੇ, ਕਿਉਂਕਿ IPS ਹੈਗਾ ਬੰਦਾ, ਜੇ ਕਿਤੇ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਤੇ ਅੱਧੇ ਤਾਂ ਪੁਲਿਸ ਵਾਲੇ ਇੱਥੋਂ ਬਹੁਤ ਸਾਰੇ ਤਾਂ ਰਿਜ਼ਾਈਨ ਕਰਕੇ ਭੱਜ ਜਾਣਗੇ, ਕਿਉਂਕਿ ਇਹਨੂੰ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਪਤਾ ਵੀ ਕਿਹੜਾ ਪੁਲਿਸ ਵਾਲਾ ਕਿੱਦਾਂ ਦਾ, ਕਿਹੜਾ ਪੁਲਿਸ ਵਾਲਾ ਕਰਪਟ ਹੈ, ਕਿਹੜਾ ਕਿਵੇਂ ਕਰਦਾ, ਕਿਹੜਾ ਕਿਹਦੇ ਨਾਲ ਸੀਗਾ, ਕਿਹੜਾ ਕਿਹੜੀ ਪਾਰਟੀ, ਸਾਰਾ ਪਤਾ ਕਰਦਾ ਇਹਨੂੰ, ਕੱਲੇ ਗੱਲ ਦਾ ਪਤਾ ਪੁਲਿਸ ਦੇ ਅਧਿਕਾਰੀ ਦਾ, ਵੱਡੇ ਉੱਪਰ ਦੇ ਉੱਪਰ ਦਾ। ਇਹ ਬੜਾ ਇਸ ਟਾਈਮ ਚਰਚਾ ਚੱਲ ਰਹੀ ਹੈ ਵੀ ਕੁੰਵਰ ਵਿਜੇ ਪ੍ਰਤਾਪ ਜਿਹੜੀ ਜਿੱਤ ਹੈਗੀ ਆ ਉਹ बड़े महीने लेके आ रही है सामने। सिर्फ सिंपल इन्ना नहीं भी जितया हैगा, सिंपल जा बंदा हैगा, फिर सिंपल जी गल करदा, पर नहीं ਉਹਦੇ ਕੋਲੇ ਬੇਅਦਬੀ ਦੇ ਮਾਮਲੇ ਦੀ ਰਿਪੋਰਟ ਵੀ ਹੈਗੀ ਆ। ਉਸਨੇ ਜਾਂਚ ਕੀਤੀ ਸੀ ਬੰਦੇ ਨੇ ਤੇ ਉਸ ਜਾਂਚ ਨੂੰ ਰੋਕਿਆ ਗਿਆ ਸੀਗਾ ਤੇ ਉਹ ਫਿਰ ਬਿਆਨ ਕਰ ਗਿਆ ਸੀਗਾ ਤੇ ਉਹ ਜਦੋਂ ਜਾਂਚ ਕਰ ਰਿਹਾ ਸੀਗਾ ਬਹੁਤ ਸਾਰੇ ਪੁਲਿਸ ਅਧਿਕਾਰੀ ਨੇ ਉਹਦੀ ਵਿਰੋਧਤਾ ਵੀ ਕੀਤੀ ਸੀਗੀ। ਜਿਹੜੀ ਪਤਾ ਆਪਾਂ ਨੂੰ ਉਹਦੀ ਜਦੋਂ ਜਾਂਚ ਕਰ ਰਿਹਾ ਸੀਗਾ, ਨਹੀਂ ਜੀ ਕੁਛ ਪੁਲਿਸ ਅਧਿਕਾਰੀ ਉਹਦੇ ਜਾਂਚ ਵਿੱਚ ਆਏ ਵੀ ਨਹੀਂ ਸੀਗੇ, ਜਾਂਚ ਅਧਿਕਾਰੀ ਸੀਗੇ ਤਾਂ ਉਹਦਾ ਨਾਲ ਆਏ ਵੀ ਨਹੀਂ ਸੀਗੇ। ਮਤਲਬ ਕਾਫੀ ਚਰਚਾ ਹੈ। ਮੇਰੇ ਖਿਆਲ ਦੇ ਵਿੱਚ ਜਿੱਤਿਆ ਹੈਗਾ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਕਿਆ ਹੀ ਪੰਥ ਦਰਦੀ, ਤੇ ਜੇ ਭਗਵੰਤ ਮਾਨ ਵਾਕਿਆ ਹੀ ਕਹਿੰਦਾ ਕਿ ਬੇਅਦਬੀ ਦੇ ਜਿਹੜੇ ਨੇ ਐਨ ਤਹਿ ਤੱਕ ਪਹੁੰਚਾਂਗਾ ਤੇ ਇਹ ਜਿਹੜਾ ਚਿਹਰਾ ਹੈ ਜਾਂ ਇਹ ਜਿਹੜਾ ਨਾਮ ਹੈ ਇਹ ਤੇ ਫੀਤੀਆਂ ਤੇ ਚਲੋ ਪਹਿਲਾਂ ਹੀ ਲੱਗੀਆਂ ਸੀ। IPS ਅਫਸਰ ਤੁਸੀਂ ਦੱਸਿਆ ਹੈ ਔਰ ਇਹਨੂੰ ਪਤਾ ਹੈ ਕਿੱਥੋਂ ਤੱਕ ਜਾਂਦੀ ਹੈ ਜੀ ਸੁਰੰਗ। ਜਿਸ ਸੁਰੰਗ ਦੇ ਹੇਠ ਇੱਕ ਕਰਮੀ ਲੁਕੇ ਹੋਏ ਨੇ ਤਾਂ ਫਿਰ ਇਹ ਨੌਗਾ ਪੈ ਜਾਣਾ ਚਾਹੀਦਾ। ਇਹ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ, ਭਗਵੰਤ ਮਾਨ ਦੇ ਕੰਨਾਂ ਤੱਕ ਪਹੁੰਚ ਜਾਣੀ ਚਾਹੀਦੀ ਹੈ, ਉਹਦੇ ਫੋਨ ਤੱਕ ਪਹੁੰਚ ਜਾਣੀ ਚਾਹੀਦੀ ਹੈ, ਉਹਦੇ ਤੱਕ ਪਹੁੰਚ ਜਾਣੀ ਚਾਹੀਦੀ ਹੈ ਕਿ ਲੋਕਾਂ ਦੀ ਮੰਗ ਹੈ ਕਿ ਜੇ ਤੁਸੀਂ ਵਾਕਿਆ ਹੀ ਪਾਰਦਰਸ਼ਤਾ ਲਿਆਉਣੀ ਚਾਹੁੰਦੇ ਹੋ, ਸਰਕਾਰ ਚੰਗੇ ਤਰੀਕੇ ਨਾਲ ਚਲਾਉਣੀ ਹੈ ਤੇ ਮਹਿਕਮਾ ਇਹੋ ਜਿਹੀ ਸ਼ਖਸੀਅਤ ਨੂੰ ਦਿੱਤਾ ਜਾਣਾ ਚਾਹੀਦਾ ਹੈ ਜੇ ਵਾਕਿਆ ਹੀ ਉਹ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਚਾਹੁੰਦੇ ਨੇ। ਕਿਉਂ ਜੀ? ਬਿਲਕੁਲ ਚਾਵਲਾ ਸਾਹਿਬ ਅਸਲ 'ਚ ਬੰਦਾ ਇਮਾਨਦਾਰ, ਇਹ ਕਿਸੇ ਬੰਦੇ ਦੀ ਇਮਾਨਦਾਰੀ ਦੀ ਆਪਾਂ ਇੱਥੇ ਚਰਚਾ ਵੀ ਬਹੁਤ ਕਰਦੇ ਨੇ ਕਿਸੇ ਬੰਦੇ ਦੀ ਇਮਾਨਦਾਰੀ ਆਪਾਂ ਇੱਥੋਂ ਤਮਗੇ ਬਣਦੇ, ਪਰ ਇੱਕ ਗੱਲ ਹੈਗੀ ਹੈ ਜਿਹੜੇ ਬੰਦੇ ਦਾ ਪਹਿਲਾਂ ਹੋਵੇ ਕਿ ਬੰਦਾ ਗੁਰੂਆਂ ਸਾਹਿਬ ਉਹ ਕਹਿੰਦੇ ਜੀ ਇਹ ਤਾਂ ਮੋਨਾ ਹੈਗਾ ਜੀ, ਉੱਪਰ ਚਰਚਾ ਲੱਗੀ ਇਹ ਕਿੱਥੇ ਜੀ, ਇਹ ਤਾਂ ਸਾਡੇ ਖਿਲਾਫ ਆ ਜੀ, ਇਹ ਸਿੱਖੀ ਦੇ ਕੀ ਕਰ ਸਕਦਾ, ਪਰ ਬੰਦੇ ਨੇ ਉਹ ਕਰ ਵਿਖਾਇਆ ਇਹਨੇ ਜਿਹੜਾ ਬੰਦਾ ਮਤਲਬ ਕਿ ਜਿਹੜਾ ਕੋਈ ਨਹੀਂ ਕਰ ਸਕਦਾ। ਤੇ ਹੁਣ ਚਲੋ ਚੋਣਾਂ ਜਿੱਤ ਗਿਆ ਬੰਦਾ ਤੇ ਇਸ ਵਰਗੀ ਸ਼ਖਸੀਅਤ ਨੂੰ ਮੇਰੇ ਖਿਆਲ ਇੱਕ ਲਿਸਟ ਤੁਰੀ ਫਿਰਦੀ ਆ ਸੋਸ਼ਲ ਨੈਟਵਰਕ ਮੀਡੀਆ ਤੇ, ਹਨਾ, ਇੱਕ ਲਿਸਟ ਆ, ਉਹ ਲਿਸਟ ਦਾ ਮਾਇਨਾ ਕੋਈ ਨਹੀਂ ਹੈ। ਉਹ ਲਿਸਟ ਜਿਹੜੀ ਵੈਸੇ ਹੀ ਕਿਸੇ ਨੇ ਪਾ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਕਿਸੇ ਤੁਸੀਂ ਸਿਰਕੱਢ ਨੇਤਾ ਨੂੰ ਇੰਡੀਆ ਫੋਨ ਕਰਕੇ ਗੱਲ ਕਰੋ, ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਇਸ ਚੀਜ਼ ਦਾ, ਇਹ ਵੈਸੇ ਹੀ ਹੈ। ਹੁਣ ਅਸੀਂ ਡਿਸਕਸ ਕਰਦੇ ਹਾਂ, ਸਾਨੂੰ ਫੋਨ ਆ ਗਿਆ, ਟੈਕਸਟ ਆਇਆ, ਕਹਿੰਦੇ ਜੀ ਆਲਰੇਡੀ ਅਨਾਊਂਸ ਕਰ ਚੁੱਕਾ। ਉਹ ਜਿੰਨਾ ਚਿਰ ਸਹੁੰ ਨਹੀਂ ਚੁੱਕ ਹੁੰਦੀ ਭਾਈ ਉਹਨਾਂ ਚਿਰ ਅਸੀਂ ਕਿਸੇ ਤੇ ਯਕੀਨ ਨਹੀਂ ਕਰ। ਠੀਕ ਹੈ ਨਾ ਜੀ? ਜਿੰਨਾ ਚਿਰ ਉਹਨੂੰ ਇਸ ਦਰਜੇ ਦੀ ਸਹੁੰ ਨਹੀਂ ਚੁਕਾਉਂਦੇ ਉਹਨਾਂ ਚਿਰ ਮੈਂ ਤੇ ਵਿਸ਼ਵਾਸ ਨਹੀਂ ਕਰਦਾ। ਕੁੰਵਰ ਵਿਜੇ ਪ੍ਰਤਾਪ ਦੀ ਜਿੱਤ ਕਰਕੇ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਪੈਦਾ ਹੋਣ ਦੀ ਵੀ ਖਬਰ ਹੈ। ਜੇ ਇਹੋ ਜਿਹੇ ਚਿਹਰੇ ਜਿਹੜੇ ਜਿੱਤੇ ਨੇ ਜਿਨ੍ਹਾਂ ਨੂੰ ਕਈ ਪਾਸਿਆਂ ਤੋਂ ਘੇਰਾਬੰਦੀ ਕੀਤੀ ਹੋਈ ਸੀ ਵੀ ਇਹ ਨਾ ਜਿੱਤ ਜਾਣ। ਭਗਵੰਤ ਮਾਨ ਨੇ ਵਿਧਾਇਕਾਂ ਨੂੰ ਕਿਹਾ ਹੈ ਕਿ ਕਿਸੇ ਤੇ ਪਰਚੇ ਦਰਜ ਕਰਾਉਣ ਵੱਲ ਨਹੀਂ ਪੈਣਾ, ਲੋਕਾਂ ਦੇ ਕੰਮ ਕਰਾਉਣੇ ਹਨ। ਮੈਨੂੰ ਆਇਆ ਸਰ ਜੀ ਆਲਰੇਡੀ ਅਨਾਊਂਸ 0584। ਧੰਨਵਾਦ ਤੁਹਾਡਾ। ਵਿਦ ਡਿਊ ਰਿਸਪੈਕਟ ਮੈਂ ਤੁਹਾਡਾ ਮਿਨਿਸਟਰ ਪੜਤਾ ਕਿ ਹੋਮ ਮਿਨਿਸਟਰ ਉਹਨਾਂ ਨੂੰ ਕਹਿ ਦਿੱਤਾ
ਬਟ ਬਾਈ ਜਿੰਨਾ ਚਿਰ ਸਹੁੰ ਨਹੀਂ ਨਾ ਚੁੱਕ ਲੈਂਦੇ, ਜਿੰਨਾ ਚਿਰ ਕੁਰਸੀ ਨਹੀਂ ਮਿਲਦੀ। ਇਹ ਬੜਾ ਵੱਡਾ ਮਹਿਕਮਾ, ਇਹਦੇ ਵਿੱਚ ਬੜੇ ਰਗੜੇ ਜਾਣੇ ਆ। ਇਹਦੇ ਵਿੱਚ ਸਮੇਤ ਸੈਣੀ ਵਰਗੀਆਂ ਦੀਆਂ ਚੀਕਾਂ ਨਿਕਲਣੀਆਂ, ਸਮੇਤ ਸੈਣੀ ਵਰਗੀਆਂ ਦੀਆਂ ਚੀਕਾਂ ਨਿਕਲਣੀਆਂ। ਤੇ ਸਮੇਤ ਸੈਣੀ ਦੀ ਪਹੁੰਚ ਕਿੱਥੋਂ ਤੱਕ ਹੈ ਤੁਸੀਂ ਦੇਖੋ। ਕਿਆ ਇਹਦੇ ਵਿੱਚ ਬਹੁਤ ਕੁਝ ਆ ਬਾਈ। ਜੇ ਮਿਲ ਜਾਂਦਾ ਵੈਲ ਐਂਡ ਗੁੱਡ। ਤੁਸੀਂ ਜੋ ਲਿਖ ਕੇ ਭੇਜਿਆ ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਜੇ ਵਾਕਈ ਆਮ ਆਦਮੀ ਪਾਰਟੀ ਕਿਸੇ ਬੰਨੇ ਲਾਉਣਾ ਚਾਹੁੰਦੀ ਹੈ, ਪੰਜਾਬ ਨੂੰ ਕੁਝ ਇਨਸਾਫ ਦਿਵਾਉਣਾ ਚਾਹੁੰਦੀ ਹੈ, ਤੇ ਇਹ ਨਾ ਜੇ ਤੁਸੀਂ ਕਹਿ ਦਿੱਤਾ 900 ਹੋ ਗਿਆ, ਤੇ ਚਲੋ ਚੰਗੀ ਗੱਲ ਆ। ਵਧਾਈ ਉਦੋਂ ਦੇਵਾਂਗੇ ਜਿੱਦਣ ਇਹ ਪਦਵੀ ਤੇ ਬਹਿ ਜਾਣਗੇ। ਹਾਂਜੀ, ਮੇਰਾ ਅਗਲਾ ਸਵਾਲ। ਨਹੀਂ ਇਦਾਂ ਦਾ ਕੋਈ ਹਾਂ ਅਸਲ ਇਦਾਂ ਦਾ ਕੋਈ ਅਨਾਉਂਸ ਨਹੀਂ ਹੋਇਆ ਜੀ। ਵੀਰ ਜੀ ਜਿਹੜੇ ਟੈਕਸ ਕਰ ਰਹੇ ਵਧੀਆ ਗੱਲ ਆ, ਉਹਦੇ ਭਾਵਨਾ ਚਾਹੇ ਗੱਲ ਤਾਂ ਵਰਤਮਾਨ ਕਹਿੰਦੇ ਆ ਕਿ ਉਹਨੇ ਕੱਲ ਨਾ ਮੋਹਾਲੀ ਦੇ ਵਿੱਚ ਕੇਜਰੀਵਾਲ ਸਾਹਿਬ ਤੋਂ ਲੈ ਕੇ ਉੱਥੇ ਉਹਨੂੰ ਦੇ ਕੇ ਸੱਦਾ ਪੱਤਰ ਕਿ ਭਾਈ ਤੁਸੀਂ ਸਾਡੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੋ ਰਸਮੀ ਤੌਰ ਤੇ ਉਸ ਤੋਂ ਬਾਅਦ ਉਹ ਮੋਹਾਲੀ ਵਿੱਚ ਵਿਧਾਇਕ ਦਲ ਦੀ ਮੀਟਿੰਗ ਹੋਈ ਆ, ਤੇ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਚਾਵਲਾ ਸਾਹਿਬ ਉਹਨਾਂ ਨੇ ਬੋਲਦਿਆਂ ਇਹ ਗੱਲ ਵਿਧਾਇਕਾਂ ਨੂੰ ਕੀਤੀ ਆ ਕਿ ਆਪਣੇ ਹੁਣ ਉਹ ਗੱਲਾਂ ਛੱਡ ਦਈਏ ਆਪਾਂ, ਕੋਈ ਵੀ ਐਸੀ ਜਿਹੜੀ ਕਿ ਕਿਸੇ ਨੇ ਆਪਣੇ ਖਿਲਾਫ ਕੁਛ ਕੀਤਾ ਹੋਏਗਾ, ਬੜਾ ਕੀਤੇ ਹੋਣਗੇ, ਤੇ ਕਹਿੰਦੇ ਆਪਣਾ ਫਰਜ਼ ਬਣਦਾ ਕਿ ਆਪਾਂ ਲੋਕਾਂ ਦੇ ਹੁਣ ਕੰਮ ਕਰੀਏ, ਕਿਸੇ ਦੇ ਪਰਚੇ ਦਰਜ ਕਰਾਉਣ ਦੀ ਗੱਲ ਨਹੀਂ ਕਰਨੀ ਆਪਾਂ ਨੇ, ਤੇ ਲੋਕਾਂ ਦੇ ਕੰਮ ਕਰਨੇ ਆ। ਪੰਜਾਬ ਦੇ ਵਿੱਚ ਕੰਮਾਂ ਦੀ ਲੋੜ ਹੈਗੀ। ਹੁਣ ਤੁਹਾਨੂੰ ਲੋਕਾਂ ਨੇ ਚੁਣਿਆ ਹੈਗਾ ਬਹੁਤੀਆਂ ਦੁਸ਼ਮਣੀਆਂ ਕੱਢਣ ਵਾਸਤੇ ਨਹੀਂ, ਸਗੋਂ ਤੁਹਾਨੂੰ ਲੋਕਾਂ ਨੇ ਚੁਣਿਆ ਕਿ ਪੰਜਾਬ ਦੇ ਕੰਮ ਕਰਨ ਵਾਸਤੇ। ਗੱਲ ਸੱਚੀ ਹੈ ਚਾਵਲਾ ਸਾਹਿਬ ਕਿ ਪਹਿਲਾਂ ਅਸਲ 'ਚ ਹੁੰਦਾ ਇਹ ਆ ਵੀ ਠੋਕ ਦਿਆਂਗੇ ਜੀ, ਚੱਕ ਦਿਆਂਗੇ ਜੀ, ਜੇਲ੍ਹ 'ਚ ਉਹਦੀ ਬੈਰਕਾਂ ਉਹਦੀ ਜੇਲ੍ਹ 'ਚ ਨੇ ਜੀ, ਮਜੀਠੀਆ ਜੇਲ੍ਹ 'ਚ ਰਹੇਗਾ ਜੀ, ਚੰਨੀ ਤੇ ਜਿਹੜਾ ਜੱਸੀ ਰੰਧਾਵਾ, ਸੁੱਖੀ ਰੰਧਾਵਾ, ਚੰਨੀ ਸੁੱਖੀ ਰੰਧਾਵਾ ਨਵਜੋਤ ਸਿੱਧੂ ਦੀਆਂ ਬੈਰਕਾਂ ਤਿਆਰ ਕਰ ਰਿਹਾ, ਕਹਿੰਦਾ ਮੈਂ ਅੰਦਰ ਜੇਲ੍ਹ 'ਚ ਬੈਠਾ। ਨਵਜੋਤ ਕਹਿੰਦਾ ਸੀ ਪਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਾ, ਜਿਹੜੀਆਂ ਗੱਲਾਂ ਦਾ ਮਤਲਬ ਲੋਕਾਂ ਦਾ ਕੀ ਮਤਲਬ ਹੈਗਾ, ਇਹ ਇਹੋ ਜਿਹੀਆਂ ਗੱਲਾਂ ਕਰਕੇ ਇਹ ਆਪਣਾ ਲੋਕ ਸਿਆਸਤ ਖੇਡਦੇ ਆ। ਭਗਵੰਤ ਮਾਨ ਨੇ ਚੰਗੀ ਗੱਲ ਕੀਤੀ ਆ, ਇਹੋ ਜਿਹੀ ਕਿ ਤੁਸੀਂ ਭਾਈ ਇਹੋ ਜਿਹੇ ਕੰਮ ਛੱਡਣਾ ਹੈਗਾ, ਹੁਣ ਆਪਾਂ ਪੰਜਾਬ ਦੇ ਕੰਮ ਕਰ ਲਈਏ, ਅੱਛੀ ਗੱਲ ਹੈ। ਇੱਕ ਕਮੇਡੀਅਨ ਦੇ ਤੌਰ ਤੇ ਉਸ ਸੂਬੇ ਦਾ ਮੁੱਖ ਮੰਤਰੀ ਬਣਨਾ ਜਿੱਥੋਂ ਸਿਕੰਦਰ ਨੂੰ ਵਾਪਸ ਮੁੜਨਾ ਪਿਆ, ਦੁਨੀਆ ਦਾ ਜੇਤੂ, ਪੁਲਿਸ ਨਾਲ ਅੱਡਾ ਲਿਆ ਉੱਥੇ। ਇਸ ਸੂਬੇ ਦੇ ਵਿੱਚ ਬਾਹਰੋਂ ਧਾੜਵੀਆਂ ਨੂੰ ਉਹ ਭੁੰਡਾਂ ਦੀ ਖੱਖਰ ਨੂੰ ਪਾਥੀ ਲਾ ਕੇ ਰੋਕਣਾ, ਵਾਪਸ ਮੋੜਨਾ। ਇਸ ਸੂਬੇ ਦੇ ਵਿੱਚ ਇਸ ਤਖਤ ਦੇ ਉੱਤੇ ਭਾਵੇਂ ਕਿ ਮੌਜੂਦਾ ਮੁੱਖ ਮੰਤਰੀ ਬਣਦੇ ਰਹਿਣਗੇ ਹੋਰ ਵੀ, ਔਰ ਉਹ ਕਮੇਡੀਅਨ ਜੋ MLA ਨੂੰ LMA ਕਹਿ ਕੇ ਪੁਕਾਰਦਾ ਸੀ ਆਪਣੀ ਕਮੇਡੀ ਦੇ ਵਿੱਚ ਕਿ ਕਿਵੇਂ MLA ਕੰਮ ਕਰਦੇ ਨੇ, ਕਿਵੇਂ ਫਰਮਾਇਸ਼ਾਂ ਚੱਲਦੀਆਂ ਨੇ। ਭਗਵੰਤ ਮਾਨ ਜੇ ਅੱਜ ਕਵੇ ਕਿ ਮੈਨੂੰ ਪਤਾ ਨਹੀਂ, ਤੇ ਮਾਨ ਸਾਹਿਬ ਨੂੰ ਪਤਾ ਹੈ। ਉਹ ਕਮੇਡੀਅਨ ਦੇ ਰਾਹੀਂ ਇਹਨਾਂ ਦੀਆਂ ਜਿਹੜੀਆਂ ਸੀ ਉਹ ਪਾਜ ਖੋਲ੍ਹਦੇ ਸੀ, ਚਾਹੇ ਕੁਲਫੀ ਗਰਮ ਹੋਵੇ, ਜੁਗਨੂ ਹੋਵੇ, ਜਾਂ ਆਪਣੇ ਗੀਤਾਂ ਦੇ ਰਾਹੀਂ ਵੀ ਉਹਨਾਂ ਨੇ ਪੰਜਾਬ ਦੀ ਜਨਤਾ ਨੂੰ, ਭਾਰਤ ਦੀ ਜਨਤਾ ਨੂੰ, ਆਪਣੇ ਚਾਹੁਣ ਵਾਲਿਆਂ ਨੂੰ ਦੱਸਿਆ ਕਿ ਰਾਜਨੀਤੀ ਦੇ ਵਿੱਚ ਕਿਵੇਂ ਘੁਸਰ ਮੁਸਰ, ਕਿਵੇਂ ਜਿਹੜੀ ਹੈ ਉਹ ਸਭ ਕੁਝ ਰਿਸ਼ਵਤਖੋਰੀ ਹੁੰਦੀ ਹੈ। ਆਪਾਂ ਵੇਖਿਆ, ਆਪਾਂ ਤਾੜੀਆਂ ਮਾਰੀਆਂ, ਆਪਾਂ ਉਹਨਾਂ ਨੂੰ ਸਲਾਹਿਆ ਵੀ, ਠੀਕ ਹੈ। ਆਪਾਂ ਉਹਨਾਂ ਨਾਲ ਇੰਟਰਵਿਊਜ਼ ਵੀ ਕੀਤੀਆਂ ਸਾਡੇ ਸਟੂਡੀਓ ਦੇ ਵਿੱਚ, ਜਦੋਂ ਵੀ ਸ਼ੋਅ ਲੈ ਕੇ ਆਉਂਦੇ ਸੀ ਪ੍ਰਮੋਟਰ ਸਾਡੇ 'ਚ ਆਉਂਦੇ, ਸ਼ੋਅਰੂਮ ਇੱਥੇ ਸ਼ੋਅ ਦੇ ਵਿੱਚ ਆਉਂਦੇ ਸਾਂ ਅਤੇ ਗੱਲਾਂ ਕਰਦੇ ਸਾਂ। ਔਰ ਭਗਵੰਤ ਮਾਨ ਅੱਜ ਮੁੱਖ ਮੰਤਰੀ ਬਣੇ ਨੇ, ਸਹੁੰ ਚੁੱਕ ਲਈ, ਇੱਕ ਕਿਸਮ ਦੀ ਸਹੁੰ ਚੁੱਕ ਲਈ। ਉਹਦੀ ਕੈਬਨਿਟ ਦੇ ਵਿੱਚ ਜੋ ਚਿਹਰੇ ਆਉਣਗੇ ਉਹ ਆਪਾਂ ਨਾ ਜ਼ਿਕਰ ਕਰਾਂਗੇ, ਅਜੇ ਸਿਰਫ ਗਿਣਤੀ ਦੱਸੀ ਗਈ ਹੈ। ਚੰਗੀ ਗੱਲ ਹੈ ਜੋ ਉਹਨਾਂ ਨੇ ਕਿਹਾ ਕਿ ਆਪਾਂ ਪਰਚੇ ਦਰਜ ਕਰਾਉਣ ਵੱਲ ਨਹੀਂ ਪੈਣਾ, ਲੋਕਾਂ ਦੇ ਕੰਮ ਕਰਾਉਣੇ ਨੇ। ਸ਼ੁਰੂਆਤ ਚੰਗੀ, ਨੀਤ ਚੰਗੀ, ਬਿਆਨ ਚੰਗਾ ਦਿੱਤਾ। ਔਰ ਜੇ ਵਾਕਈ ਇੱਦਾਂ ਚੱਲਦੇ ਤਾਂ ਲੋਕ ਹੱਥਾਂ 'ਤੇ ਚੱਕ ਲੈਣਗੇ। ਹਰ ਬੰਦੇ ਦਾ ਕੰਮ ਲਾਈਨ 'ਚ ਲਾ ਕੇ ਹੋਵੇ, ਹਰ ਬੰਦੇ ਦੇ ਕੰਮ ਆਪਣੇ ਆਪ ਹੋਣ, ਬਹੁਤ ਵਧੀਆ ਗੱਲ। ਨਵਜੋਤ ਸਿੰਘ ਸਿੱਧੂ ਨੇ ਕਿਹਾ ਮੇਰੇ ਖਿਲਾਫ ਟੋਏ ਪੁੱਟਣ ਵਾਲੇ ਖੁਦ ਹੀ ਡਿੱਗੇ। ਆਪਦੀ ਸਰਕਾਰ ਬਣਦੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਪਹਿਲੇ ਦਿਨ ਹੀ ਉਹਨਾਂ ਨੇ ਕਹਿ ਦਿੱਤਾ ਸੀਗਾ, ਕਹਿੰਦਾ ਧੜਾ ਧੜ ਮੁੱਖ ਮੰਤਰੀ ਤਾਂ ਤੋੜ ਦਿੱਤੇ ਨੇ। ਕੀ ਕਹਿਣਾ ਚਾਹੋਗੇ? ਪਹਿਲਾਂ ਅਸਲ 'ਚ ਨਾ ਨਵਜੋਤ ਸਿੱਧੂ ਦੇ ਉੱਪਰ ਇਲਜ਼ਾਮ ਤਾਂ ਲੱਗ ਰਹੇ ਆ ਵੱਡੇ, ਤੇ ਨਵਜੋਤ ਸਿੱਧੂ ਦੇ ਗੁਰਜੀਤ ਔਜਲਾ ਵਰਗਿਆਂ ਨੇ ਵੀ ਗੱਲ ਆਖੀ ਹੈ, ਤੇ ਰਵਨੀਤ ਬਿੱਟੂ ਨੇ ਵੀ ਕਿਹਾ ਗੱਲ ਵੀ ਜਿਹੜਾ ਤੁਸੀਂ ਇਹ ਵੱਡੇ ਚਿਹਰਿਆਂ ਨੇ ਜਿਨ੍ਹਾਂ ਨੇ ਕਿ ਪ੍ਰਚਾਰ ਨਹੀਂ ਕੀਤਾ, ਜਿਨ੍ਹਾਂ ਨੇ ਕਿ ਆਪਣੀ ਹੀ ਸਰਕਾਰ ਨੂੰ ਘੇਰੀ ਰੱਖਿਆ। ਈਵਨ ਕਿ ਸੁੱਖੀ ਰੰਧਾਵਾ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਆ ਕੱਲ ਕਿ ਸਾਡੇ ਜਿਹੜੀ ਕੈਬਨਿਟ ਸੀਗੀ, ਸਾਡੇ ਜਿਹੜੇ ਮੰਤਰੀ ਸੀਗੇ, ਸਾਡਾ ਜਿਹੜਾ ਪੰਜਾਬ ਦੇ ਕਾਂਗਰਸ ਸੀਗੇ, ਉਹਨਾਂ ਨੇ ਆਪਣੇ ਮੁੱਖ ਮੰਤਰੀ ਦੀ ਇੱਜ਼ਤ ਨਹੀਂ ਕੀਤੀ। ਕਹਿੰਦਾ ਹੋਰ ਤਾਂ ਬਾਕੀ ਗੱਲ ਨਹੀਂ ਰਹੀ। ਤੇ ਕੱਲ ਫਿਰ ਨਿਕਲੇ ਨੇ ਬਾਹਰ ਆਪਣੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ, ਭਾਵੇਂ ਹਾਰ ਗਏ, ਕਹਿੰਦਾ ਪਰ ਤੁਹਾਡੇ ਨਾਲ ਰਹਾਂਗੇ ਆਪਾਂ। ਤੇ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਜਿਹੜੇ ਬੰਦਿਆਂ ਨੇ ਮੇਰੇ ਵਾਸਤੇ ਟੋਏ ਪੁੱਟੇ ਸੀਗੇ ਉਹ ਵੀ ਹਾਰ ਗਏ। ਉਹਨਾਂ ਨੇ ਨਾਂ ਨਹੀਂ ਲਿਆ, ਪਰ ਚੰਨੀ ਦੇ ਪਲ ਇਸ਼ਾਰਾ ਕਰਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਤਾਂ ਬਣਾਏ ਗਏ ਸੀਗੇ ਪਰ ਸਾਡੀ ਚੱਲੀ ਨਹੀਂ ਗਈ।
ਤੇ ਉਹਨਾਂ ਨੇ ਮਤਲਬ ਕਿ ਨਾ ਸਾਰਾ ਕੁਝ ਹੀ ਆਪਣੀ ਹਾਰ ਦਾ ਠਿੱਕਾ ਜਿਹੜਾ ਹੈਗਾ ਉਹ ਚੰਨੀ ਤੇ ਭੰਨ ਦਿੱਤਾ ਹੈਗਾ। ਕਈ ਬੰਦੇ ਕਹਿੰਦੇ ਆ ਕਿ ਜੀ ਦਲਿਤ ਕਾਰਡ ਨਹੀਂ ਚੱਲਿਆ, ਦਲਿਤ ਪੱਤਾ ਨਹੀਂ ਚੱਲਿਆ ਪੰਜਾਬ ਦੇ ਵਿੱਚ, ਚੰਨੀ ਦਾ ਦਲਿਤ ਪੱਤਾ ਨਹੀਂ ਚੱਲਿਆ। ਦਲਿਤ ਪੱਤੇ ਦੀ ਤਾਂ ਗੱਲ ਚਾਲੂ ਸਾਹਿਬ ਵੱਖਰੀ ਗੱਲ ਹੈ, ਉਹ ਤਾਂ ਜਿਹੜੇ ਜੱਟ ਸੀਗੇ, ਸੁਖਬੀਰ ਬਾਦਲ ਜੱਟ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਜੱਟ ਸੀਗਾ, ਮਜੀਠੀਆ ਜੱਟ ਸੀਗਾ, ਨਵਜੋਤ ਸਿੰਘ ਜੱਟ ਸੀਗਾ। ਅਸਲ ਤੇ ਹਨੇਰੀ ਸੀਗੀ ਇਹਦੇ ਵਿੱਚ, ਦਲਿਤਾਂ ਦਾ ਜੱਟਾਂ ਦਾ ਜਾਂ ਕੋਈ ਪੱਤਾ ਚੱਲਣ ਦੀ ਗੱਲ ਨਹੀਂ ਸੀਗੀ। ਅਸਲ ਹਨੇਰੀ ਇੰਨੀ ਸੀਗੀ ਜ਼ਬਰਦਸਤ ਕਿ ਲੋਕਾਂ ਨੇ ਪਹਿਲੇ ਫੈਸਲਾ ਕਰ ਲਿਆ ਸੀਗਾ ਕਿ ਹੁਣ ਝਾੜੂ ਦੀ ਵੋਟ ਪਾਉਣੀ ਆ। ਕਹਿੰਦੇ ਰੋਡੋ ਸਿੰਘ ਮਾਨਸਾ ਗੱਲ ਹੋ ਰਹੀ ਸੀਗੀ, ਤੁਸੀਂ ਕਿਵੇਂ ਹਾਰ ਗਏ, ਤੁਹਾਡੀ ਜ਼ਮਾਨਤਾਂ ਜ਼ਬਤ ਹੋ ਗਈਆਂ। ਉਹ ਕਹਿੰਦੇ ਜ਼ਮਾਨਤਾਂ ਜ਼ਬਤ ਹੋਣ ਦਾ ਕਾਰਨ ਹੈ ਕਿ ਅਸੀਂ ਲੇਟ ਹੋ ਗਏ ਸੀ, ਲੋਕਾਂ ਕੋਲ ਅਸੀਂ ਗਏ ਸੀ ਤੇ ਭਾਈ ਸਾਨੂੰ ਵੋਟਾਂ ਪਾਓ। ਲੋਕ ਕਹਿੰਦੇ ਵੀ ਸਾਡਾ ਮਨ ਬਣ ਚੁੱਕਿਆ, ਹੁਣ ਅਸੀਂ ਵੋਟ ਝਾੜੂ ਨੂੰ ਪਾਉਣੀ ਆ, ਇਸ ਕਰਕੇ ਤੁਹਾਨੂੰ ਤੁਸੀਂ ਲੇਟ ਹੋ ਗਏ ਜੀ, ਤੁਹਾਨੂੰ ਵੋਟ ਨਹੀਂ ਪਾ ਸਕਦੇ ਅਸੀਂ, ਇਸ ਕਰਕੇ ਸਾਡਾ ਪਹਿਲਾਂ ਹੀ ਮਨ ਤਿਆਰ ਹੋ ਚੁੱਕਿਆ। ਤੇ ਪਹਿਲਾ ਮਨ ਤਿਆਰ ਹੋ ਚੁੱਕਿਆ ਚਾਵਲਾ ਸਾਹਿਬ, ਭਾਵੇਂ ਨਵਜੋਤ ਸਿੱਧੂ ਆਖਣ, ਭਾਵੇਂ ਸੁੱਖੀ ਰੰਧਾਵਾ ਆਖੇ, ਭਾਵੇਂ ਰਵਨੀਤ ਬਿੱਟੂ ਆਵੇ ਆਖੇ, ਗੁਰਜੀਤ ਔਜਲਾ, ਕੋਈ ਵੀ ਬੰਦਾ ਆਪੋ ਆਪਣੇ ਪਾਰਟੀ ਨੂੰ ਕੋਸੀ ਜਾਣ, ਪਰ ਅਸਲ 'ਚ ਕਿਸੇ ਪਾਰਟੀ ਦੇ ਕਿਸੇ ਕੋਸਣ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ। ਭਾਵੇਂ ਕੋਈ ਸੁਖਬੀਰ ਬਾਦਲ ਨੂੰ ਕੋਸ, ਸਿੰਪਲ ਜੀ ਗੱਲ ਹੈ ਕਿ ਲੋਕਾਂ ਦਾ ਮਨ ਬਣ ਗਿਆ ਸੀਗਾ। ਇਸ ਕਰਕੇ ਹਨੇਰੀ ਸੀਗੀ, ਹਨੇਰੀ ਜਿੰਦਾ ਕੁੰਜੀ ਵਰਗੀ ਸੀਗੀ ਜੀ, ਤੁਹਾਡੇ ਨੋਟ 'ਚ ਗੱਲ ਹੋਵੇ ਜੀ, ਜਿੰਦਾ ਕੁੰਜੀ ਵਰਗੀ ਹਨੇਰੀ ਸੀਗੀ, ਜਿਵੇਂ ਜਿੰਦਾ ਕੁੰਜੀ ਨੇ ਤਬਾਹੀ ਕੀਤੀ ਸੀਗੀ ਪੰਜਾਬ ਦੇ ਵਿੱਚ, ਸਾਰੇ ਆਪਣਾ ਸੀਗੇ MP, ਓਦਾਂ ਦੀ ਹਨੇਰੀ ਸੀਗੀ ਪੰਜਾਬ ਵਿੱਚ। ਝਾੜੂ ਹੋਇਆ ਤੇ ਇਹਦੇ ਵਿੱਚ ਕਿਸੇ ਦਾ ਕਸੂਰ ਕੋਈ ਨਹੀਂ, ਨਾ ਚੰਨੀ ਦਾ, ਨਾ ਨਵਜੋਤ ਦਾ, ਨਾ ਔਜਲੇ ਦਾ, ਨਾ ਸੁਖਬੀਰ ਬਾਦਲ ਦਾ, ਨਾ ਪ੍ਰਕਾਸ਼ ਸਿੰਘ ਬਾਦਲ ਦਾ, ਨਾ ਮਜੀਠੀ ਦਾ, ਕਿਹਦਾ ਕੋਈ ਕਸੂਰ ਨਹੀਂ ਹੈਗਾ। ਪਰ ਕਸੂਰ ਮੈਂ ਇਹਨੂੰ ਸਾਰਿਆਂ ਨੂੰ ਮਰਜ਼ੀ ਕਰਦਾ ਇਸ ਕਿਉਂਕਿ ਹਨੇਰੀ ਇੰਨੀ ਸੀਗੀ ਕਿ ਸਾਰੇ ਲੀਡਰ ਹੀ ਇੱਥੇ ਤੋਬਾ ਕਰ ਗਏ ਪ੍ਰਕਾਸ਼ ਸਿੰਘ ਬਾਦਲ ਵਰਗੇ ਚਾਵਲਾ ਸਾਹਿਬ। ਔਰ ਜੇ ਵੇਖਿਆ ਜਾਵੇ ਤਾਂ ਸਾਰੇ ਬਿਆਨ ਇਸ ਵਕਤ ਦਾਗ ਰਹੇ ਨੇ ਆਪੋ ਆਪਣੀ ਚੰਮ ਪਹੁੰਚਾਉਣ ਵਾਸਤੇ। ਭਗਵੰਤ ਮਾਨ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਬੜਾ ਸਲਾਹੁਣਯੋਗ ਬਿਆਨ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਖਿਲਾਫ ਟੋਏ ਪੁੱਟਣ ਵਾਲੇ ਖੁਦ ਡਿੱਗੇ, ਔਰ ਗੁਰਜੀਤ ਔਜਲਾ ਬੋਲੇ ਨਵਜੋਤ ਨੇ ਖੁਦ ਨੂੰ ਵੱਡਾ ਦਿਖਾਉਣ ਦੇ ਚੱਕਰ ਵਿੱਚ ਕੀਤਾ ਪਾਰਟੀ ਦਾ ਨੁਕਸਾਨ। ਰੰਧਾਵਾ ਬੋਲੇ ਪਾਰਟੀ ਆਗੂਆਂ ਨੇ ਨਹੀਂ ਕੀਤੀ CM ਚੰਨੀ ਦੀ ਇੱਜ਼ਤ। ਔਰ ਇਹਨਾਂ ਦੋਨਾਂ ਤੇ ਜੇਕਰ ਆਪਾਂ ਟਿੱਪਣੀ ਤੁਹਾਡੀ ਲਈਏ ਤੇ ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਉਹੀ ਗੱਲ ਨਾ, ਸਾਰੇ ਜਿਹੜੇ ਇੱਕ ਦੂਜੇ ਨੂੰ, ਜਿਵੇਂ ਕਿ ਹੁਣ ਗੁਰਜੀਤ ਔਜਲਾ ਕਹਿੰਦੇ ਆ, ਉਹ ਕਹਿੰਦੇ ਵੀ ਨਵਜੋਤ ਸਿੱਧੂ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਚੱਕਰ 'ਚ ਰਹਿ ਗਏ, ਬਸ ਜੀ ਮੈਂ ਵੱਡਾ ਲੀਡਰ ਹਾਂ, ਉਸੇ ਚੱਕਰ 'ਚ ਰਹਿ ਗਏ, ਉਸੇ ਚੱਕਰ 'ਚ ਪਾਰਟੀ ਦਾ ਨੁਕਸਾਨ ਕਰਤਾ ਜੀ। ਤੇ ਇਸੇ ਤਰ੍ਹਾਂ ਹੀ ਜਿਹੜਾ ਆਖੀ ਆਪਾਂ ਨਵਜੋਤ ਸਿੱਧੂ, ਉਹਨੇ ਵੀ ਗੱਲ ਆਪਣੇ ਤਰੀਕੇ ਨਾਲ, ਜੇ ਸਾਰੇ ਜਿਹੜੇ ਬੰਦੇ ਨਾ ਚਾਵਲਾ ਸਾਹਿਬ ਇਹ ਜਿਹੜੇ ਹੁਣ ਬੋਲ ਰਹੇ ਆ ਨਾ ਜੀ, ਇਹ ਸਿਰਫ ਆਪੋ ਆਪਣੀ ਸਿਰਫ ਮੀਡੀਆ ਵਿੱਚ ਅਖਬਾਰ ਵਾਲੇ ਪੁੱਛਦੇ ਆ ਉਹਨਾਂ ਨੂੰ, ਅਖਬਾਰ ਵਾਲੇ ਪੁੱਛਦੇ ਆ ਗੱਲ ਆਹ ਕਿਵੇਂ ਜੀ ਤੁਸੀਂ ਕਹਿਣਾ ਚਾਹੋਗੇ, ਉਹ ਆਪਣੀ ਪਹਿਲੀ ਪਤਾ ਅਖਬਾਰਾਂ ਨੂੰ ਪਤਾ ਬੜਬੋਲੇ ਬੰਦੇ ਨੇ, ਉਹ ਨਾਲ ਦੀ ਨਾਲ ਬੋਲ ਦਿੰਦੇ ਆ ਜੀ ਫਲਾਣੇ ਨੇ ਕੀਤਾ, ਢਮਕਾਣੇ ਨੇ ਕੀਤਾ। ਇਹਨਾਂ ਫਿਰ ਮਹਿਨਾ ਕੋਈ ਨਹੀਂ ਹੈ, ਚਰਚਾ ਕਰਨ ਦਾ ਤਾਂ ਮੈਂ ਨਹੀਂ ਬਣਦਾ। ਪਹਿਲਾਂ ਕਹਿ ਚੁੱਕਿਆ ਕਿ ਬਹੁਤ ਵੱਡਾ ਲਹਿਰ ਸੀਗੀ ਇਸ ਲਹਿਰ ਵਿੱਚ ਕਿਸੇ ਦੇ ਟਿਕਣ ਦੀ ਕੋਈ ਸੰਭਾਵਨਾ ਨਹੀਂ ਸੀਗੀ। ਸਗੋਂ ਆਮ ਆਦਮੀ ਪਾਰਟੀ ਦਾ ਇਹ ਵੀ ਚਰਚਾ ਕਰਨ ਲੱਗੀ ਹੈ ਕਿ ਜਿਹੜੇ 18 ਕਾਂਗਰਸ ਲੈ ਗਈ ਆ, 2 ਸ਼੍ਰੋਮਣੀ ਅਕਾਲੀ ਦਲ ਲੈ ਗਿਆ, 2 ਭਾਜਪਾ ਲੈ ਗਈ ਆ, ਇੱਕ ਬਸਪਾ ਲੈ ਗਈ ਆ, ਇੱਕ ਆਜ਼ਾਦ ਲੈ ਗਿਆ, ਉਹ ਕਿੱਦਾਂ ਲੈ ਗਏ? ਉਹ ਉੱਥੇ ਆਮ ਆਦਮੀ ਪਾਰਟੀ ਝਾੜੂ ਨਹੀਂ ਚੱਲਿਆ। ਜਿਹੜੇ ਬਾਕੀ ਰਹਿ ਗਏ ਆ ਉਹ ਤਾਂ ਇਹ ਵੀ ਸੋਚੀ ਜਾਂਦੇ ਚਾਲਾ ਸਾਹਿਬ ਜੀ, ਆਮ ਆਦਮੀ ਪਾਰਟੀ ਝਾੜੂ ਉੱਥੇ ਕਿਉਂ ਨਹੀਂ ਕੰਮ ਕੀਤਾ। ਚਲੋ ਆਪਣਾ ਕੋਲ ਲਾਈਨਾਂ ਸਾਰੀਆਂ ਫਲੈਸ਼ ਕਰ ਰਹੀਆਂ ਨੇ, ਮੈਂ 30 ਸੈਕਿੰਡ ਤੋਂ ਵੱਧ ਬਰਾਏ ਮਿਹਰਬਾਨੀ ਹੱਥ ਜੋੜ ਕੇ ਬੇਨਤੀ ਕਰਾਂਗਾ ਵਿਦ ਡਿਊ ਰਿਸਪੈਕਟ। ਤੁਹਾਡੀ 30 ਸੈਕਿੰਡ 'ਚ ਜਿਹੜਾ ਸਵਾਲ ਆ ਗਿਆ ਨੇ ਤੇ ਕੱਟ ਕੇ ਦੂਜੀ ਲਾਈਨ ਤੇ ਜਾਣਾ, ਕਿਉਂਕਿ ਸਾਡੇ ਕੋਲ ਸਮਾਂ ਥੋੜਾ ਜੀ। ਪਲੀਜ਼ ਵੈਲਕਮ ਜੀ। ਜੀ ਸਰ ਸਤਿ ਸ੍ਰੀ ਅਕਾਲ ਜੀ। 30 ਸੈਕਿੰਡ ਸਟਾਰਟ ਨਾਓ। ਹਾਂਜੀ 30 ਸੈਕਿੰਡ। ਦੂਜੀ ਗੱਲ ਸਰ, ਇੱਕ ਤਾਂ ਆਪਣੇ ਜਿਹੜੇ ਦੂਜੀਆਂ ਸਟੇਟਾਂ ਦੇ ਵੀ ਕਾਂਗਰਸ ਵਰਕਰ ਆ, ਉਹਨਾਂ ਤੋਂ ਵੀ ਸੁਣਨ ਨੂੰ ਸਾਰਾ ਮਿਲ ਰਿਹਾ, ਸਾਰੇ ਸਿੱਧੂ ਨੂੰ ਕੋਸ ਰਹੇ ਆ। ਇੱਕ ਪੰਜਾਬ ਵੀ ਇਹਨੇ ਬੇੜੀਆਂ 'ਚ ਵੱਟ ਪਿਆ, ਤੇ ਦੂਸਰਾ ਇੱਕ ਲੀਡਰਸ਼ਿਪ ਦੀ, ਪੰਜਾਬ ਲੀਡਰਸ਼ਿਪ ਤੇ ਸੈਂਟਰਲ ਲੀਡਰਸ਼ਿਪ ਦੀ ਵੀ ਘਾਟ ਉਹ ਦੱਸ ਰਹੇ ਆ ਤੇ ਚਲੋ ਹਾਰ ਨਹੀਂ ਤਾਂ ਹਾਰ ਗਏ, ਤੇ ਜਿਹੜੀ ਸੈਂਟਰਲ ਲੀਡਰਸ਼ਿਪ ਆ ਉਹਨਾਂ ਨੇ ਤਾਂ ਮੋਟੀਵੇਸ਼ਨਲ ਸਪੀਚ ਦੇਣੀ ਚਾਹੀਦੀ ਸੀ ਕਿ ਚਲੋ ਹਾਰ ਗਏ ਕੋਈ ਗੱਲ ਨਹੀਂ, ਤੁਸੀਂ ਤਕੜੇ ਹੋਵੋ, ਕੋਈ ਗੱਲ ਨਹੀਂ, ਅਗਲੀ ਵਾਰੀ ਸੀ। ਲੇਕਿਨ ਉਹ ਸਾਰੇ ਚੁੱਪ ਕਰਕੇ ਬੈਠ ਗਏ। ਸੋ ਫਿਲਹਾਲ ਇਹ ਨਹੀਂ ਸਰ। ਮਿਹਰਬਾਨੀ, ਥੈਂਕ ਯੂ ਜੀ। ਲਓ ਜੀ, ਇਹਨਾਂ ਦਾ ਸਵਾਲ ਕੋਈ ਨਹੀਂ ਸੀ, ਅਗਲਾ ਸਵਾਲ ਲੈਣੇ ਜੀ। ਵੈਲਕਮ ਜੀ। ਸੁਰਜੀਵਾਲਾ ਨੇ, ਸਤਿ ਸ੍ਰੀ ਅਕਾਲ ਜੀ। ਨੇ ਆਖਿਆ ਚੱਲ ਸੁਰਜੀਵਾਲਾ ਨੇ ਕਿਹਾ ਤੁਹਾਡੀ ਜਿਹੜੀ ਹੈਗੀ ਆ ਜੀ। ਹਾਂਜੀ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਅਕੀਦਰ ਸਾਹਿਬ, ਗੱਲ ਤਾਂ ਤੁਹਾਡੀ ਠੀਕ ਹੈ ਕਿ ਲੋਕਾਂ ਦਾ ਮਨ ਬਣ ਗਿਆ ਸੀ, ਪਰ ਜਿਹੜਾ ਤੁਸੀਂ ਕਹਿੰਦੇ ਇਹਨਾਂ ਦਾ ਕਸੂਰ ਕੋਈ ਨਹੀਂ, ਕਸੂਰ ਤੇ ਇਹਨਾਂ ਦੇ ਸਾਰੇ ਆ। ਨਸ਼ੇ ਦੇ ਮੁੱਦੇ ਨੂੰ ਲੈ ਕੇ ਕੈਪਟਨ ਆਇਆ, ਨਸ਼ਾ ਉਦਾਂ ਹੀ ਚੱਲਦਾ ਰਿਹਾ, ਇਹ 'ਚ ਕਿੱਡਾ ਵੱਡਾ ਕਸੂਰ ਹੈ ਜੀ ਇਹਨਾਂ ਦਾ। ਫਿਰ ਜਦੋਂ ਡਿੱਗਣ ਲੱਗਾ ਇਹ ਬਾਹਰੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਵੀ ਮਦਦ ਦਿੱਤੀ, ਇਹਨਾਂ ਦਾ ਵੀ ਉਹਨਾਂ ਕਸੂਰ ਆ। ਕਸੂਰ ਅਕਾਲੀਆਂ ਦਾ ਵੀ ਹੈਗਾ ਹੈ ਜੀ, ਕਸੂਰ ਹੈ ਕਿੱਦਾਂ ਨਹੀਂ ਇਹਨਾਂ ਦੇ। ਹਾਂਜੀ ਕੀ ਆਖਦੇ ਕਿੱਦਾਂ? ਤੁਸੀਂ ਵੈਸੇ ਨਾ ਗੱਲ ਰਵਾਜ ਨਹੀਂ ਕੀਤੀ ਹੈ, ਤੁਹਾਡੀ ਗੱਲ ਰਵਾਜ ਨਹੀਂ ਹੈਗੀ, ਤੁਹਾਡੀ ਗੱਲ ਸਹੀ ਹੈ, ਇਸ ਗੱਲ ਤੇ ਅਸੀਂ ਡਿਨਾਈ ਨਹੀਂ ਕਰਦੇ ਹੈਗੇ। ਪਰ ਮੇਰਾ ਸਵਾਲ ਇਹ ਨਹੀਂ ਸੀ, ਮਤਲਬ ਇਹ ਨਹੀਂ ਸੀ ਗੱਲ ਦਾ, ਜਿਵੇਂ ਤੁਸੀਂ ਕਹਿ ਰਹੇ ਹੋ, ਤੁਸੀਂ ਮਤਲਬ ਉਹ ਕਰ ਲਿਆ। ਮੇਰਾ ਮਤਲਬ ਸੀਗਾ ਕਿ ਹਨੇਰੀ ਵਿੱਚ ਹੁਣ ਇੰਨਾ ਜ਼ਬਰਦਸਤ ਤਰੀਕੇ ਨਾਲ ਚੱਲੀ ਨਹੀਂ, ਜੇਕਰ ਹਨੇਰੀ ਚੱਲੀ ਸੀ ਤਾਂ ਪਿੱਛੇ ਕਾਰਨ ਹੈ ਨਾ ਜੀ,
ਉਹਦੇ ਪਿੱਛੇ ਉਹਨਾਂ ਦੀ ਗਲਤੀ ਹੈ ਨਾ ਤਾਂ ਦੇ ਚੱਲੀ ਹੈ ਆਮ ਆਦਮੀ ਪਾਰਟੀ ਦੀ ਇੱਥੇ। ਵੇਖੋ ਜੀ, ਮੈਂ ਕਾਂਗਰਸ ਦੀ ਹਾਰ ਉਦੋਂ ਕਹਿ ਦਿੱਤੀ ਸੀ, ਕਾਂਗਰਸ ਨੂੰ ਪਤਾ ਹੀ ਨਹੀਂ ਖੇਡਣਾ ਆਇਆ। ਨਵਜੋਤ ਸਿੱਧੂ ਉਸ ਵਕਤ ਮੁੱਖ ਮੰਤਰੀ ਬਣਾ ਦਿੰਦਾ, ਜਾਖੜ ਸਾਹਿਬ ਨੂੰ ਉਹਦਾ ਪਦ ਵਾਪਸ ਕਰ ਦਿੰਦੇ, ਔਰ ਉਪ ਮੁੱਖ ਮੰਤਰੀ ਦਾ ਚੱਕਰ ਸੀ, ਉਪ ਮੁੱਖ ਮੰਤਰੀ ਚੰਨੀ ਨੂੰ ਬਣਾਉਂਦੇ। ਹੁਣ ਦੇਖਦੇ ਕੀ ਸਥਿਤੀ ਸੀ, ਇੰਨਾ ਖਲਾਰਾ ਨਹੀਂ ਸੀ ਪੈਣਾ ਕਾਂਗਰਸ ਦੇ ਵਿੱਚ, ਇੰਨਾ ਖਲਾਰਾ ਨਹੀਂ ਸੀ ਪੈਣਾ ਜਿੰਨਾ ਪੈ ਗਿਆ। ਹਾਂਜੀ, ਇਹ ਜੀ ਸਿੱਧੂ ਨਸ਼ੇ ਦੇ ਮਾਫੀਏ ਦੇ ਖਿਲਾਫ ਰਿਹਾ। ਸਿੱਧੂ ਬੇਸ਼ੱਕ ਹਾਰ ਗਿਆ, ਸਿੱਧੂ ਮਾਡਲ ਅੱਜ ਲਿਖਾ ਲਓ ਮੇਰੇ ਕੋਲ, ਸਿੱਧੂ ਮਾਡਲ ਆਮ ਆਦਮੀ ਪਾਰਟੀ ਨੇ ਫੋਲੋ ਕਰਨਾ ਹੀ ਕਰਨਾ ਪੈਣਾ ਉਹਨਾਂ ਨੂੰ। ਕਿੱਥੋਂ ਫੰਡ ਲਿਆਉਣੇ ਨੇ? ਦਿੱਲੀ ਨਹੀਂਗਾ, ਦਿੱਲੀ ਬਹੁਤ ਵੱਡੀ ਇੰਡਸਟਰੀ ਆ। ਪੰਜਾਬ ਦੇ ਵਿੱਚ ਕੀ ਆ, ਕਿੰਨੀ ਇੰਡਸਟਰੀ ਰਹਿ ਗਈ ਹੈ? ਸਾਰੀ ਤੇ ਹਿਮਾਚਲ ਚਲ ਗਈ, ਚੁਕਾ ਦਿੱਤੀ। ਸਾਈਕਲ ਬਣਾਉਣ ਤੱਕ ਤੇ ਸਾਡੇ ਕੋਲ ਉੱਥੇ ਪੁਰਜੇ ਨਹੀਂ ਬਣਦੇ। ਹਾਂਜੀ, ਮਿਹਰਬਾਨੀ ਜੀ, ਤੁਸੀਂ ਮਿਹਰਬਾਨੀ, ਥੈਂਕ ਯੂ ਜੀ। ਦਿੱਲੀ ਮਤਲਬ ਆਮ ਤੁਸੀਂ ਦੇਖਿਓ, ਜਿਹੜਾ ਮੈਂ ਉਦੋਂ ਕਿਹਾ ਸੀ, ਮਤਲਬ ਬਹੁਤ ਸਾਰੇ ਵੀਰਾਂ ਨੇ ਕਿਹਾ ਸੀ ਕਿ ਇਦਾਂ ਹੋ ਜਾਵੇ, ਹੋ ਜਾਂਦਾ ਤੇ ਵਧੀਆ ਸੀ, ਪਰ ਉਹਨਾਂ ਨੇ ਆਪਣਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਚਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਅੱਛਾ, ਦੇਖੋ ਜੀ, ਕੈਪਟਨ ਅਮਰਿੰਦਰ ਸਿੰਘ ਤਾਂ ਲੋਕਾਂ ਦੇ ਵਿੱਚ ਆਉਂਦਾ ਹੀ ਨਹੀਂ ਸੀ। ਲੋਕਾਂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਸੀ। ਹੁਣ ਇੱਕ ਦੂਜੇ ਤੇ ਇਲਜ਼ਾਮ ਕਰਦੇ ਨੇ, ਪਰ ਕਸੂਰ ਤਾਂ ਇਹਨਾਂ ਦਾ ਆਪਣਾ ਸਾਰਿਆਂ ਦਾ ਆਪ ਹੀ ਆ, ਕਿਉਂਕਿ ਇਹਨਾਂ ਨੇ ਲੋਕਾਂ ਦੇ ਕੋਈ ਕੰਮ ਕੀਤੇ ਹੀ ਨਹੀਂ। ਜਿੱਥੇ ਜਿੰਨੇ ਮੁੱਦੇ ਸੀ, ਬਾਹਰਲੇ ਦੇਸ਼ਾਂ ਨੂੰ ਮੁੰਡੇ ਕੁੜੀਆਂ ਭੱਜੇ ਆ ਰਹੇ ਆ, ਐਜੂਕੇਸ਼ਨ ਉੱਥੇ ਥੱਲੇ ਗਿਰ ਗਈ, ਸਾਰੇ ਇੰਡਸਟਰੀ ਹੁਣੇ ਤੁਸੀਂ ਦੱਸ ਕੇ ਗਏ ਹੋ, ਔਰ ਸਭ ਪਤਾ ਵੀ ਇੰਡਸਟਰੀ ਬਾਹਰ ਚਲੀ ਗਈ। ਤੇ ਫਿਰ ਲੁਧਿਆਣੇ, ਮੇਰਾ ਤਲਕ ਲੁਧਿਆਣੇ ਦਾ ਹੌਜਰੀ ਦਾ ਭੱਠਾ ਰਹਿ ਗਿਆ। ਉੱਥੇ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦਾ ਕੀ ਹਾਲ ਹੋਇਆ, ਸਾਰਾ ਆਪਾਂ ਨੂੰ ਪਤਾ ਹੀ ਆ। ਸਾਰਾ ਕੁਝ ਪ੍ਰਾਈਵੇਟ ਜਿਹੜੇ ਉਹ ਲੁੱਟ ਰਹੇ ਨੇ ਲੋਕਾਂ ਨੂੰ, ਤੇ ਕਸੂਰ ਇਹਨਾਂ ਨੇ ਕੁਛ ਕੀਤਾ ਹੀ ਨਹੀਂ ਗਾ ਕਾਂਗਰਸ ਨੇ ਪਿਛਲੇ 5 ਸਾਲ ਦੇ ਵਿੱਚ। ਜੇ ਕੀਤਾ ਹੁੰਦਾ ਲੋਕੀ ਚੁਣ ਲੈਂਦੇ, ਪਰ ਲੋਕੀ ਦੁਖੀ ਸੀਗੇ। ਉਹ ਇਹਨਾਂ ਨੇ ਜੋ ਕੁਛ ਕੀਤਾ, ਇਹ ਫੈਸਲਾ ਇਹਨਾਂ ਦਾ ਸਾਡੇ ਜਿਹੜੇ ਮੱਥੇ ਸਾਨੂੰ ਪ੍ਰਵਾਨ ਆ ਜੀ। ਮਿਹਰਬਾਨੀ। ਲਓ ਜੀ, ਸਵਾਲ ਨਹੀਂ ਸੀ, ਇਹ ਵੀ ਆਪਣੇ ਵਿਚਾਰ ਹੀ ਸੀ। ਹਾਂਜੀ, ਅਗਲੀ ਕਾਲ ਪਲੀਜ਼। ਹੈਲੋ ਦਿਲਬਾਗ ਜੀ, ਤੇ ਕਿੱਦਾਂ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਮੈਂ ਤਾਂ ਇਹੀ ਸਵਾਲ ਪੁੱਛਣਾ ਚਾਹੁੰਦਾ ਕਿਦਾ ਜੀ ਤੋਂ, ਕਿ ਇਹ ਤੁਸੀਂ ਕਾਫੀ ਇਲੈਕਸ਼ਨ ਦੇਖੇ ਆ ਜੀ, ਇਹ ਸਭ ਤੋਂ ਗੰਦਾ ਇਲੈਕਸ਼ਨ ਨਹੀਂ ਸੀ? ਇਹ ਜਿਹੜੇ ਵੱਡੇ ਵੱਡੇ ਲੀਡਰਾਂ ਦੀ ਬਿਆਨਬਾਜ਼ੀ, ਇਹਨਾਂ ਨੇ ਪੰਜਾਬ ਦੇ ਪਿਛਲੇ ਸਾਲ ਤੋਂ, ਮੈਂ ਜੂਨ ਜੁਲਾਈ ਚ ਰੌਲਾ ਪਾ ਰਿਹਾ, ਇਹਨਾਂ ਨੇ 7-8 ਮਹੀਨੇ ਤੋਂ ਵੀ ਉੱਪਰ ਦਾ ਟਾਈਮ ਪੰਜਾਬ ਦੇ ਲਈ ਕੱਖ ਨਹੀਂ ਕੀਤਾ ਹੈ। ਇੱਕ ਦੂਜੇ ਦੇ ਲਾਂਤਾ ਪਾਉਣ ਤੋਂ ਬਿਨਾਂ, ਤੇ ਉਹ ਫਿਰ ਵੋਟਾਂ ਦਾ ਹੱਕ ਬਣਦਾ ਹੀ ਨਹੀਂ। ਉਹ ਕੋਈ ਇਹ ਲਹਿਰ ਹਵਾ ਦੀ ਗੱਲ ਨਹੀਂ ਹੈ, ਲੋਕੀ ਇਹਨਾਂ ਤੋਂ ਤੰਗ ਪੈ ਗਏ ਆ। ਨਹੀਂ ਤਾਂ ਉਹ ਕਹਿੰਦੇ ਵੀ ਇੱਕ 94 ਸਾਲ ਦਾ, ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਇੱਜ਼ਤ ਕਰਦਾ, ਮੈਂ ਇੱਕ ਵਾਰੀ ਉਹਨਾਂ ਨੂੰ ਮਿਲਿਆ ਸੀ, ਮੈਂ ਕੰਮ ਕਿਹਾ ਸੀ, ਉਹਨਾਂ ਨੇ ਉਸੇ ਵੇਲੇ ਕਰ ਦਿੱਤਾ ਸੀ। ਪਰ ਸਵਾਲ ਉਹ ਨਹੀਂ ਹੈ। ਸਵਾਲ ਅੱਜ ਮੈਂ ਇਹੀ ਸਵਾਲ ਕੀਤਾ ਸੀ ਕਿ ਵੀ ਉਹਨਾਂ ਨੂੰ ਖੜਨ ਦੀ ਲੋੜ ਹੀ ਨਹੀਂ ਸੀ। ਵੀ ਤੁਸੀਂ ਆਪਣਾ ਐਡੀ ਤੁਹਾਡੀ ਇੱਜ਼ਤ ਮਾਣ ਆ, ਤੁਸੀਂ ਇਲੈਕਸ਼ਨ MLA ਦਾ ਲੜ ਕਰਨਾ ਕੀ ਆ? ਤੇ ਉਹ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਸਿੱਧੂ ਸਾਹਿਬ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਆ ਨਾ, ਇਹ ਅਸਲੀ ਕਾਂਗਰਸ ਦਾ ਪੱਠਾ ਵਢਾਉਣ ਦਾ ਹੱਥ ਸਿੱਧੂ ਦਾ ਹੀ ਆ। ਭਾਵੇਂ ਤੁਸੀਂ ਇੱਧਰੋਂ ਕੰਨ ਫੜ ਲਓ, ਭਾਵੇਂ ਉੱਧਰੋਂ, ਅਲਟੀਮੇਟਲੀ ਇਹੀ ਬਣਦੀ ਗੱਲ। ਕਿਉਂਕਿ ਜੇ ਉਹਨਾਂ ਨੇ ਅਮਰਿੰਦਰ ਸਿੰਘ ਨੂੰ ਲਾਉਣਾ ਸੀ ਤੇ ਜਲਦੀ ਲਾਣਾ ਚਾਹੀਦਾ ਸੀ, 3-4 ਮਹੀਨੇ ਵੇਸਟ ਨਹੀਂ ਕਰਨੇ ਚਾਹੀਦੇ। ਮਿਹਰਬਾਨੀ, ਥੈਂਕ ਯੂ ਜੀ। ਔਰ ਐਨ ਮੌਕੇ ਦੇ 3 ਮਹੀਨੇ ਆ ਕੇ 3 ਮਹੀਨਿਆਂ ਦੇ ਵਿੱਚ ਜੇ ਚਾਹੇ ਅੱਜ ਕਾਂਗਰਸ ਦਾ ਇੰਨਾ ਬੁਰਾ ਹਾਲ ਹੁੰਦਾ ਤਾਂ ਸਾਰਿਆਂ ਨੇ ਮਤਲਬ ਭਾਂਡਾ ਜਿਹੜਾ ਸੀ ਉਹ ਨਵਜੋਤ ਸਿੱਧੂ ਤੇ ਹੁਣ ਵੀ ਭੱਜਦਾ, ਉਦੋਂ ਵੀ ਭੱਜਣਾ ਸੀਗਾ। ਦਲਤ ਪੱਤਾ ਵੀ ਖੇਡਣਾ ਸੀ, ਖੇਡ ਲੈਂਦੇ। ਮੈਂ ਤਾਂ ਉਦੋਂ ਦਾ ਕਹਿਣਾ ਕਿ ਖੇਡਣਾ ਹੀ ਨਹੀਂ ਆਇਆ, ਉਹਨਾਂ ਨੂੰ ਕੋਈ ਸਮਝਾਉਣ ਵਾਲਾ ਹੀ ਨਹੀਂ ਹੈਗਾ ਕਾਂਗਰਸ ਪਾਰਟੀ ਨੂੰ। ਮੈਂ ਕੋਈ ਕਾਂਗਰਸ ਪਾਰਟੀ ਦਾ ਖੈਰ ਖਵਾਹ ਨਹੀਂ, ਪਰ ਮੈਂ ਉਦੋਂ ਦਾ ਕਹਿ ਰਿਹਾ ਕਿ ਸੁਖਬੀਰ ਆਪਣੇ ਜਿਹੜਾ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਜਾਖੜ ਦਾ ਪਦ ਵਾਪਸ ਕਰ ਦਿੰਦੇ, ਪ੍ਰਧਾਨ ਬਣਾ ਦਿੰਦੇ। ਉਹ ਮੁੱਖ ਮੰਤਰੀ ਜੇ ਦਲਿਤ ਭਾਈਚਾਰੇ ਦਾ ਲਿਆਉਣਾ ਸੀ, ਨਾਲ ਇੱਕ ਜੱਟ ਲੈ ਆਉਂਦੇ, ਹੋਰ ਉਹਨੂੰ ਜਿਹੜਾ ਆਪਣੇ ਨੂੰ ਸੁਖੀ ਨੂੰ ਲੈ ਆਉਂਦੇ, ਬਾਜਵੇ ਨੂੰ ਲੈ ਆਉਂਦੇ, ਕੁਛ ਲੈ ਆਉਂਦੇ, ਨਾਲ ਵੰਡੀਆਂ ਪਾ ਦਿੰਦੇ, ਗ੍ਰਹਿ ਮੰਤਰੀ ਬਣਾਤਾ ਸੀ। ਕੁਝ 3 ਮਹੀਨਿਆਂ 'ਚ ਕਰਕੇ ਤੇ ਦਿਖਾਉਂਦੇ ਕੀ ਕੀਤਾ। ਮੈਂ ਉਹ ਕਰ ਦੂੰ, ਮੈਂ ਆਹ ਕਰ ਲੈਣਾ, ਮੈਂ ਉਹ ਕਰ ਲੈਣਾ, ਮੈਂ ਆਹ ਵੀ ਕਰ ਲੈਣਾ, ਮੈਂ ਉਹ ਵੀ ਕਰ ਲੈਣਾ। ਭੰਗੜੇ ਪਾ ਲਏ, ਡਾਂਸ ਕਰ ਲਏ, ਬਰਾਤਾਂ ਰੋਕ ਕੇ ਉਹਨਾਂ ਨਾਲ ਫੋਟੋਆਂ ਖਿਚਾ ਲਈਆਂ। ਠੀਕ ਹੈ, ਇਹ ਵੀ ਕੰਮ ਕਰਨੇ ਬਣਦੇ ਨੇ, ਪਰ ਕੀ ਕੀਤਾ? ਕੁਛ ਵੀ ਨਹੀਂ ਕੀਤਾ। ਇੱਕ ਮਜੀਠੀਆ ਸਾਹਿਬ ਅੰਦਰ ਚਲ ਗਏ, ਕੀ ਉਹਨੇ ਬਾਹਰ ਆ ਜਾਣਾ? 2 ਨੂੰ ਆਜੂ, 3 ਨੂੰ ਆਜੂ। ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਆਪਣੀ ਹਾਰ ਦੀ ਜ਼ਿੰਮੇਵਾਰੀ ਮੰਨੀ।
ਨਤੀਜੇ ਹੈਰਾਨੀਜਨਕ ਪਰ ਸਵੀਕਾਰ। ਹਾਂ ਸੁਖਦੇਵ ਢੀਂਡਸਾ ਜੀ ਨੇ ਆਪਣੀ ਜ਼ਿੰਮੇਵਾਰੀ ਲੈ ਕੇ ਅਕਾਲੀ ਦਲ ਸੰਯੁਕਤੀ ਪ੍ਰਧਾਨਗੀ ਛੱਡਣ ਦਾ ਐਲਾਨ ਕੀਤਾ, ਪਰ ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਜਿੱਤੀਏ ਚਾਹੇ ਨਾ ਜਿੱਤੀਏ, ਅਸੀਂ ਹਰਾਉਣਾ ਸ਼੍ਰੋਮਣੀ ਅਕਾਲੀ ਦਲ ਨੂੰ। ਤੁਸੀਂ ਆਪਣੇ ਵਾਅਦਾ ਆਪਣਾ ਮਨ ਬਣਾ ਲਿਆ, ਉਹਨਾਂ ਨੇ ਹੁਣ ਆਪਣਾ ਕੀ ਜੀ ਕੀ ਕਹਿਣਾ ਚਾਹੋਗੇ? ਉਹਦਾ ਚਾਹਦਾ ਆਪਣਾ ਕੰਮ ਕਰੇਗਾ ਨਾ, ਫਿਰ ਜੇ ਆਪਾਂ ਕਰੀਏ ਨਾ ਗੱਲ। ਸਹੀ ਗੱਲ ਹੈ। ਉਹਦਾ ਸ਼੍ਰੋਮਣੀ ਅਕਾਲੀ ਦਲ ਤਿੰਨ ਤੇ ਆ ਗਿਆ ਨਾ, ਤਿੰਨ ਤੇ ਰਹਿ ਗਿਆ ਤਿੰਨ ਤੇ ਰਹਿ ਗਿਆ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ। ਤੇ ਸੁਖਬੀਰ ਬਾਦਲ ਕਹਿੰਦਾ ਵੀ ਬਿਲਕੁਲ ਸਹੀ ਗੱਲ ਆ, ਬਹੁਤ ਵੱਡੀ ਸਾਡੀ ਹਾਰ ਹੋਈ ਹੈ, ਇਹ ਗੱਲ ਮੰਨਣ ਵਾਲੀ ਹੈਗੀ ਆ। ਤੇ ਉਹ ਅਸਲ 'ਚ 15 ਨੂੰ ਫਿਰ ਅਸੀਂ ਕਹਿੰਦਾ ਕੋਰ ਕਮੇਟੀ ਦੀ ਮੀਟਿੰਗ ਕਰ ਰਹੇ ਹਾਂ। ਮੀਟਿੰਗ ਵਿੱਚ ਅਸੀਂ ਵਿਚਾਰਾਂਗੇ ਵੀ ਮੱਥਨ ਕਰਾਂਗੇ ਵੀ ਕੀ ਕਾਰਨ ਹੈਗੇ ਆ। ਮੈਂ ਤਾਂ ਇਹ ਗੱਲ ਕਹਿੰਦਾ ਸੁਖਬੀਰ ਜੀ ਨੂੰ ਕਿ 5 ਬੰਦੇ ਰੱਖ ਲਵੇ ਆਪਣੇ ਨਾਲ, ਇਸ ਬੰਦੇ ਰੱਖੇ ਆਪਣੇ ਨਾਲ ਜਿਹੜੇ ਕਿ ਉਹਨੂੰ ਸੱਚ ਕਹਿ ਸਕਣ ਸੁਖਬੀਰ ਬਾਦਲ ਨੂੰ ਵੀ ਤੁਸੀਂ ਕਿਹੋ ਜਿਹੇ ਭਾਸ਼ਣ ਦੇ ਰਹੇ ਹੋ, ਤੁਸੀਂ ਕੀ ਕਰ ਰਹੇ ਹੋ। ਵੈਸੇ ਇਹ ਆਪਣਾ ਗੋਡਲੀ ਐਡਵਾਈਸ ਹੈ ਉਹਨੂੰ, ਨਾ ਕਿ ਮੰਨੇ ਨਾ ਮੰਨੇ, ਪਰ ਮਤਲਬ ਕਿ ਉਹਨੂੰ ਆਪਣੇ ਆਲੋਚਕ ਨਾਲ ਰੱਖਣੇ ਚਾਹੀਦੇ ਆ। ਕਿਉਂਕਿ ਸੁਖਬੀਰ ਬਾਦਲ ਨਾਲ ਜਿੰਨਾ ਕੁ ਮਤਲਬ ਕਿ ਮੈਂ ਇੱਕ ਚੋਣ ਤੇ ਉਹਦੇ ਨਾਲ ਰਿਹਾ 1 ਮਹੀਨਾ ਦੇ ਕਰੀਬ, ਉਹ ਸੁਣਦਾ ਕਿਸੇ ਦੀ ਨਹੀਂ ਗੱਲ, ਸੁਣਦਾ ਕਿਸੇ ਦੀ ਨਹੀਂ, ਜੋ ਮਨ ਮਰਜ਼ੀ ਕਰਦਾ, ਬਸ ਜੋ ਕਹਿਦਾ ਕਹਿ। ਇਹੀ ਗੱਲ ਮੈਂ ਜਦੋਂ ਭਗਵੰਤ ਮਾਨ ਮਾਫ ਕਰਨਾ ਉਹ ਵੀਡੀਓ ਤੋਂ ਬਾਅਦ ਮੈਂ ਗੱਲ ਕਹੀ ਸੀਗੀ, ਉਦੋਂ ਆਮ ਆਦਮੀ ਪਾਰਟੀ ਵਾਲੇ ਨਹੀਂ ਸੀ ਸੁਣਦੇ, ਕਿਸੇ ਦੀ ਮਾੜੀ ਜਿਹੀ ਨਿੱਕੀ ਜਿਹੀ ਗੱਲ ਦੇ ਉੱਤੇ ਟੁੱਟ ਕੇ ਪੈ ਜਾਂਦੇ ਸੀ। ਪਰ ਹੁਣ ਲੱਗਦਾ ਉਹਨਾਂ ਦੇ ਵਿੱਚ ਬੜਾ ਠਰਮਾ ਆ ਗਿਆ, ਵੱਡਾ ਦਿਲ ਆ ਗਿਆ ਕਿ ਜਿਵੇਂ ਵੱਡੇ ਬਾਦਲ ਛੋਟੇ ਬਾਦਲ ਜਾਂ ਕੈਪਟਨ ਨੂੰ ਜਾਂ ਦੂਜਿਆਂ ਤੀਜਿਆਂ ਨੂੰ ਕ੍ਰਿਟੀਸਾਈਜ਼ ਕਰਦਾ, ਇਵੇਂ ਸਾਡੇ ਲੀਡਰਾਂ ਨੂੰ ਵੀ ਕ੍ਰਿਟੀਸਾਈਜ਼ ਜੇ ਕੋਈ ਕਰਦਾ ਤਾਂ ਸਾਨੂੰ ਵੱਡੇ ਦਿਲ ਦੇ ਨਾਲ ਬਰਦਾਸ਼ਤ ਕਰਨਾ ਪਵੇਗਾ ਤੇ ਐਨਾਲਿਸਿਸ ਕਰਨਾ ਪਵੇਗਾ। ਮੈਂ ਇਹ ਗੱਲ ਕਹਾਂਗਾ, ਮੈਂ ਉਦੋਂ ਵੀ ਗੱਲ ਕਹੀ ਸੀ ਕਿ ਭਗਵੰਤ ਮਾਨ ਨੂੰ ਆਪਣਾ ਆਲਾ ਦੁਆਲਾ ਸਾਫ਼ ਕਰਨਾ ਚਾਹੀਦਾ। ਆਲਾ ਦੁਆਲਾ ਸਾਫ਼ ਹੋਵੇ ਨਾ ਤੇ ਬੰਦਾ ਸਾਫ਼ ਹੌਲੀ ਹੌਲੀ ਸਾਫ਼ ਹੋ ਜਾਂਦਾ। ਹੁਣ ਉਹਨੂੰ ਪੰਜਾਬ ਦੇ ਮਦਈ, ਪੰਜਾਬ ਨੂੰ ਚਾਹੁਣ ਵਾਲੇ, ਪੰਜਾਬ ਦੇ ਮੁੱਦਿਆਂ ਨੂੰ ਸਮਝਣ ਵਾਲੇ, ਪੰਜਾਬ ਦੀ ਰਾਜਨੀਤੀ ਨੂੰ ਸਮਝਣ ਵਾਲੇ ਬੰਦੇ ਨੇ ਆਪਣੇ ਕੋਲ ਰੱਖਣੇ ਚਾਹੀਦੇ ਨੇ। ਭਾਸ਼ਣ ਵਧੀਆ ਦੇ ਲੈਂਦਾ, ਪਰ ਹੁਣ ਉਹਦਾ ਭਾਸ਼ਣ ਜਿਹੜਾ ਹੈ ਬਿਲਕੁਲ 2 ਵਾਰੀ ਨਹੀਂ, 3 ਵਾਰ ਨਹੀਂ, 4 ਵਾਰੀ ਨਹੀਂ। ਜੇ ਕੋਈ ਮੰਝਿਆ ਹੋਇਆ ਪੱਤਰਕਾਰ ਆਪਣੀ ਖਬਰ ਲਿਖਣ ਪੱਤਰਕਾਰ ਜਿਹੜੀ ਖਬਰ ਲਿਖ ਕੇ ਪੜ੍ਹ ਕੇ ਤੇ ਫਿਰ ਪ੍ਰਿੰਟਿੰਗ ਪ੍ਰੈਸ ਨੂੰ ਭੇਜਦਾ ਨਾ, ਉਵੇਂ ਉਹਨੂੰ ਆਪਣਾ ਜਿਹੜਾ ਭਾਸ਼ਣ ਹੈ ਉਹ ਪੜ੍ਹ ਕੇ ਬੋਲਣਾ ਚਾਹੀਦਾ, ਵੇਖ ਕੇ ਬੋਲਣਾ ਚਾਹੀਦਾ ਕਿ ਮੈਂ ਕੀ ਕਹਿਣ ਲੱਗਾ। ਮੇਰੇ ਮੂੰਹ 'ਚੋਂ ਨਿਕਲੀ ਹੋਈ ਗੱਲ ਜਿਹੜੀ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਹੈ, ਨਾ ਕਿ ਭਗਵੰਤ ਮਾਨ ਦੀ। ਸੋ ਉਹਨੂੰ ਆਪਣੇ ਆਲੇ ਦੁਆਲੇ ਆਪਣਾ ਆਲਾ ਦੁਆਲਾ ਬੜਾ ਸਾਫ਼ ਰੱਖਣਾ ਪਊਗਾ, ਆਪਣਾ ਆਲਾ ਦੁਆਲਾ ਬੜਾ ਕਲੀਨ ਕਰਨਾ ਪਊਗਾ। ਆਪਣੇ ਆਲੇ ਦੁਆਲੇ ਦੇ ਵਿੱਚ ਪੰਜਾਬ ਦੇ ਮਦਈ ਆਪਣੇ ਪਰਸਨਲ ਸਲਾਹਕਾਰ ਇਹੋ ਜਿਹੇ ਰੱਖਣੇ ਚਾਹੀਦੇ ਨੇ ਜੋ ਉਹਦੀ ਛਵੀ ਨੂੰ ਸੁਧਾਰਨ ਤੇ ਉਹਦੀ ਪਾਰਟੀ ਦਾ ਕੱਦ ਉੱਚਾ ਕਰਨ। ਹਾਂਜੀ, ਪਹਿਲਾਂ ਤਾਂ ਉਹ ਨਾ ਕੀ ਕਰਦਾ ਸੀ, ਪਹਿਲਾਂ ਤਾਂ ਲੋਕਾਂ ਦੀ ਆਲੋਚਨਾ ਕਰਦਾ ਸੀ ਨਾ ਜੀ, ਭਾਵੇਂ ਉਹਦੀ ਕਮੇਟੀ ਕਹਿਤਾ ਸੀਗੀਆਂ, ਭਾਵੇਂ ਉਹਦਾ MP ਸਿਸਟਮ ਸੀਗਾ, ਪਹਿਲਾਂ ਲੋਕਾਂ ਦੀ ਕਮੇਟੀ ਲੋਕਾਂ ਨੇ ਕਰਦਾ ਸੀ ਕਮੇਟੀ। ਹੁਣ ਤਾਂ ਖੁਦ ਉਹਦੇ ਤੇ ਲੋਕ ਕਮੇਟੀ ਕਰਨਗੇ ਨਾ ਜੀ, ਹੁਣ ਤਾਂ ਖੁਦ ਉਸ ਮੱਦ ਚ ਖੜ ਗਿਆ ਆ ਕੇ ਜਿਸ ਮੱਦ ਲੋਕਾਂ ਨੂੰ ਪਹਿਲਾਂ। ਬਿਲਕੁਲ 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 ਬੜੀ ਵੱਡੀ ਜ਼ਿੰਮੇਵਾਰੀ ਹੈ, ਬਹੁਤ ਵੱਡਾ ਬੋਝ ਹੈ ਉਹਦੇ ਮੋਢਿਆਂ ਤੇ। ਪੰਜਾਬ ਹੀ ਨਹੀਂ, ਪੰਜਾਬ ਤੋਂ ਬਾਹਰ ਬੈਠੇ ਵੀ ਹੁਣ ਵੇਖਣਗੇ, ਕਿਉਂਕਿ ਪੰਜਾਬ ਰਾਜ ਚਲਾਉਣ ਦੀ ਉਹਦੇ ਕੋਲੋਂ ਐਕਸਪੀਰੀਅੰਸ ਨਹੀਂ ਆ। MP ਬਣਿਆ, ਵਧੀਆ ਗੱਲ ਹੈ, ਪਰ ਸਿਰਫ 11 ਸਾਲ ਦਾ ਤਜਰਬਾ ਜੀ, 11 ਸਾਲ ਤਜਰਬਾ ਸਾਰੀ ਰਾਜਨੀਤੀ ਨਹੀਂ। ਚਲੋ ਤਜਰਬੇ ਵਿੱਚ ਬੰਦਾ ਮੁੱਖ ਮੰਤਰੀ ਬਣ ਜਾਏ ਬਹੁਤ ਵੱਡੀ ਗੱਲ ਹੈਗੀ। ਹਾਂ ਬਿਲਕੁਲ, ਇੰਨੇ ਸਮੇਂ ਦੇ ਵਿੱਚ ਏਡੀ ਵੱਡੀ ਪਦਵੀ ਮਿਲ ਜਾਣੀ, ਰਾਤੋਂ ਰਾਤ ਮਿਲ ਜਾਣੀ। ਚੰਨੀ ਨਹੀਂ ਕਰ ਸਕਿਆ ਕੁਝ, ਭਾਵੇਂ ਕਿ ਹਰ ਬੰਦੇ ਤੇ ਹਰ ਥਾਂ ਦੇ ਉੱਤੇ ਫਿੱਟ ਨਹੀਂ ਬੈਠਦੇ ਹੁੰਦੇ। ਆਓ, ਲక్ష్ਮੀ ਕਾਂਤਾ ਚਾਵਲਾ BJP ਨੇਤਾ, ਉਹਨੇ ਇੱਕ ਲਫ਼ਜ਼ ਵਰਤਿਆ ਕਿ ਬਾਦਲ ਤੇ ਅਮਰਿੰਦਰ ਨੂੰ ਚੋਣ ਨਹੀਂ ਸੀ ਲੜਨੀ ਚਾਹੀਦੀ, ਵੱਡੀ ਗਲਤੀ ਕੀਤੀ ਹੈ। ਕੇਜਰੀਵਾਲ ਨੂੰ ਵਧਾਈ ਦਿੱਤੀ ਉਹਨਾਂ ਨੇ, ਕੀ ਕਹਿਣਾ ਚਾਹੋਗੇ? ਹਾਂ, ਉਹਨਾਂ ਨੇ ਕਿਹਾ ਚਾਵਲਾ ਸਾਹਿਬ ਕਿ ਮੁੱਖ ਮੰਤਰੀ ਜਿਹੜੇ ਸੀਗੇ ਨਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤੇ ਪ੍ਰਕਾਸ਼ ਸਿੰਘ ਬਾਦਲ ਇੱਕ ਇਹੋ ਜਿਹਾ ਚਿਹਰਾ ਹੈਗੇ ਜਿਨ੍ਹਾਂ ਨੂੰ ਕਿ ਬਹੁਤ ਸਤਿਕਾਰ ਸੀ ਲੋਕਾਂ ਦੇ ਵਿੱਚ, ਤੇ ਉਹਨਾਂ ਨੂੰ ਚੋਣ ਲੜਨ ਵਾਸਤੇ ਅੱਗੇ ਨਹੀਂ ਆਉਣਾ ਚਾਹੀਦਾ ਸੀਗਾ। ਕਹਿੰਦੇ ਮੈਨੂੰ ਇਹ ਸ਼ੱਕ ਹੈ ਵੀ ਮੈਨੂੰ ਪਤਾ ਇਸ ਗੱਲ ਦਾ ਹੈ ਵੀ ਉਹਨਾਂ ਦੇ ਪੁੱਤਰ ਨੇ ਉਹਨੂੰ ਮਜਬੂਰ ਕੀਤਾ ਹੋਏਗਾ ਚੋਣ ਲੜਨ ਵਾਸਤੇ। ਕਹਿੰਦੇ ਮੈਨੂੰ ਇਹ ਪੂਰਾ ਭਰੋਸਾ ਹੈ ਵੀ ਉਹਨੇ ਪੱਕਾ ਮਜਬੂਰ ਕਰਕੇ ਅਸੀਂ ਲੜਾਇਆ ਚੋਣ। ਦੂਜੀ ਗੱਲ ਕਹਿੰਦੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਮੁੱਖ ਮੰਤਰੀ ਨਹੀਂ ਸੀਗਾ, ਉਹ ਪੱਕੀ ਗੱਲ ਹੈ, ਪਰ ਉਹਨੇ ਵੀਡੀਓ ਜਾਰੀ ਕੀਤੀ ਹੈ, ਵੀਡੀਓ ਦੀ ਗੱਲ ਕਹਿ ਰਹੀ ਹੈ। ਉਹ ਕਹਿੰਦੀ ਪਰ ਉਸ ਬੰਦੇ ਨੂੰ ਆਪਣੀ ਪਾਰਟੀ ਬਣਾਉਣ ਦੀ ਕੋਈ ਲੋੜ ਨਹੀਂ ਸੀਗੀ, ਤੇ ਉਸ ਬੰਦੇ ਨੂੰ ਪਾਰਟੀ ਬਣਾ ਕੇ ਫਿਰ ਉਹਨੂੰ ਚੋਣ ਲੜਨ ਦੀ ਕੋਈ ਲੋੜ ਨਹੀਂ ਸੀਗੀ ਜੇ ਉਹ ਏਦਾਂ ਮਤਲਬ ਕਿ ਵੀ ਆ ਗਿਆ ਸੀਗਾ। ਤੇ ਇਹ ਲక్ష్ਮੀ ਕਾਂਤਾ ਚਾਵਲਾ ਨੇ ਗੱਲ ਆਖੀ ਹੈ ਵੱਡੀ, ਤੇ ਉਹਨੇ ਕਿਹਾ ਵੀ ਵਧਾਈ ਆ ਕੇਜਰੀਵਾਲ ਸਾਹਿਬ ਨੂੰ ਜਿਸਨੇ ਕਿ ਐਡਾ ਵੱਡੀ ਜਿੱਤ ਹਾਸਲ ਕੀਤੀ ਹੈ ਪੰਜਾਬ ਦੇ ਵਿੱਚ। ਕੇਜਰੀਵਾਲ ਸਾਹਿਬ ਨੂੰ ਇਸ ਗੱਲ ਦੀ ਵਧਾਈ ਪੇਸ਼ ਕਰਦੀ ਹੈ ਮੈਂ। ਲక్ష్ਮੀ ਕਾਂਤਾ ਚਾਵਲਾ BJP ਦੀ ਨੇਤਾ ਹੈਗੀ ਆ, ਤੇ BJP ਦੀ ਆਲੋਚਨਾ ਕਰਦੀ ਆ ਸਤਿਆਪਾਲ ਮਲਕ ਵਾਂਗੂ, ਜਿਵੇਂ ਸਤਿਆਪਾਲ ਮਲਕ ਹੈਗਾ ਨਾ ਜੀ ਨੰਗਲ ਰਾਜਪਾਲ, ਉਹ ਥੋੜਾ ਜ਼ਿਆਦਾ ਕਰ ਦਿੰਦੇ ਆ,
ਲਕਸ਼ਮੀ ਕਾਂਤ ਥੋੜੀ ਘੱਟ ਕਰਦੀ ਇਹ ਵੀ ਆਲੋਚਨਾ ਹੈ ਬੀਜੇਪੀ ਦੀ ਚਾਵਲਾ ਸਾਹਿਬ। ਚਲੋ ਵਧੀਆ ਗੱਲ ਆ, ਪਰ ਜਦੋਂ ਰਾਜ ਦੇ ਵਿੱਚ ਸੀ, ਸੱਤਾ ਦੇ ਵਿੱਚ ਸੀ, ਬੀਬੀ ਆਪਣੀਆਂ ਵੀ ਚੰਮਦੀਆਂ ਚਲਾਉਂਦੀ ਕਰਦੀ ਸੀ ਨਾ। ਜਦੋਂ ਚਾਵਲਾ ਸਾਹਿਬ ਮੈਂ ਦੇਖਿਆ ਨਾ, ਸੱਤਾ ਵੀ ਸੀ ਨਾ, ਜਦੋਂ ਮਾੜੇ ਦਿਨ ਆਉਂਦੇ ਨੇ ਨਾ, ਹਰ ਕੋਈ ਬੰਦਾ ਮਾੜੇ ਦਿਨ ਆਉਂਦੇ ਤੇ ਹਰ ਬੰਦਾ ਜਿਹੜਾ ਨਾ ਉਹ ਪਟੋਕੀਆਂ ਮਾਰ ਜਾਂਦੇ ਹੁੰਦੇ। ਲਫ਼ਜ਼ ਭੁੱਲ ਗਿਆ ਸਾਡੇ ਪਿੱਛੇ ਮਾਰਨੀ ਜਿਹੜੀ ਕੀ ਲਫ਼ਜ਼ ਕਹਿੰਦੇ ਪੰਜਾਬੀ ਹੋਣਗੇ, ਲਫ਼ਜ਼ ਕਦੇ ਘੱਟ ਬੋਲੇ ਆ, ਤੇ ਉਹ ਚੁੰਨੀਆਂ ਵੱਢਣੀਆਂ ਜਾਂ ਕਹਿ ਲਓ ਸ਼ਰਾਰਤਾਂ ਕਰਨੀਆਂ ਜਾਂ ਬਿਆਨਬਾਜ਼ੀ ਦੇਣੀਆਂ, ਟੀਚਰਾਂ ਕਰਨੀਆਂ। ਹੁਣ ਇਸ ਵਕਤ ਦੀ ਜਿਹੜੀ ਸਥਿਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਤਰ੍ਹਾਂ ਦੀ ਬਣ ਗਈ ਕਿ ਹਰ ਕੋਈ ਬਿਆਨ ਦਾਗ ਰਿਹਾ। ਅੱਜ ਤੋਂ ਕੁਝ ਦਿਨ ਪਹਿਲਾਂ ਬਿਆਨ ਦਾਗਣ ਤੋਂ ਪਹਿਲਾਂ ਸੋਚਦੇ ਸੀ ਕਿ ਸਰਕਾਰ ਬਣਨੀ ਆ। ਸੁਖਬੀਰ ਬਾਦਲ ਵੀ ਕਹਿੰਦੇ ਸੀ ਕਿ ਲਾਲ ਡੈਰੀ ਤਿਆਰ ਹੋ ਰਹੀ ਆ, ਇੱਕ ਕੋ ਬਦਲਾ ਲਵਾਂਗੇ, ਲਿਆ ਜਾਵੇਗਾ। ਹੁਣ ਹਰ ਬੰਦਾ ਜਿਹੜਾ ਕਟਹਿਰੇ 'ਚ ਖੜਾ ਕਰ ਰਿਹਾ ਸੁਖਬੀਰ ਬਾਦਲ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੂੰ, ਜਾਂ ਇਹਨਾਂ ਦੀ ਜਿਹੜੀ ਕਾਡਰ ਨੂੰ। ਤਰਲੋਚਨ ਦੁਪਾਲਪੁਰੀ ਨੇ ਕਿਹਾ ਹੈ ਕਿ ਬਾਦਲਾਂ ਦੀ ਚੁੰਗਲ 'ਚੋਂ ਛੁਡਾ ਕੇ ਅਕਾਲੀ ਦਲ ਦਾ ਪੁਨਰਗਠਨ ਕਰਨ ਦੀ ਲੋੜ ਹੈ। ਜਥੇਦਾਰ ਅਮਰੀਕ ਸਿੰਘ ਮੋਹਾਲੀ ਨੇ ਕਿਹਾ ਕਿ ਜੀਜੇ ਸਾਲੇ ਨੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ। ਔਰ ਇਹਨਾਂ ਦੇ ਬਿਆਨ ਬੜੇ ਖਤਰਨਾਕ ਨੇ। ਦੁਪਾਲਪੁਰੀ ਬੰਦਾ ਖੈਰ ਕਾਫੀ ਆਲੋਚਨਾ ਕਰਦਾ, ਆਲੋਚਨਾਤਮਕ ਤਰੀਕੇ ਨਾਲ ਕਰਦਾ। ਸ਼੍ਰੋਮਣੀ ਅਕਾਲੀ ਦਲ ਬੜੀ ਵੱਡੀ ਪਾਰਟੀ ਹੈਗੀ ਹੈ, ਇਸਨੇ 100 ਸਾਲ ਦਾ ਸਫ਼ਰ ਤੈਅ ਕੀਤਾ। ਇਸ ਪਾਰਟੀ ਨੇ ਬੜੀਆਂ ਸ਼ਹੀਦੀਆਂ ਹੋਈਆਂ ਨੇ, ਪਾਰਟੀ ਨੇ ਬੜਾ ਵੱਡਾ ਸਾਨਾਮਤੀ ਇਤਿਹਾਸ ਹੈਗਾ, ਪਰ ਇਸ ਇਤਿਹਾਸ ਦੇ ਵਿੱਚ ਇਹਨਾਂ ਲੋਕਾਂ ਨੇ ਜੋ ਨੁਕਸਾਨ ਕੀਤਾ ਪਾਰਟੀ ਦਾ, ਇਹਦਾ ਹੁਣ ਬਾਦਲਾਂ ਦੇ ਚੁੰਗਲ ਤੋਂ ਮੁਕਤ ਕਰਵਾ ਕੇ ਇਸ ਦਾ ਪੁਨਰਗਠਨ ਕਰਨ ਦੀ ਲੋੜ ਹੈਗੀ ਆ। ਤੇ ਦੂਜੀ ਗੱਲ ਆਪਣੇ ਉਹ ਹੈਗੇ ਨੇ ਸਾਡੇ ਜਥੇਦਾਰ ਸਾਹਿਬ ਮੋਹਾਲੀ ਵਾਲੇ, ਉਹ ਕਹਿੰਦੇ ਆ ਵੀ ਪਾਰਟੀ ਖਤਮ ਕਰਨ ਜਿੱਦਾਂ ਸਾਲੇ ਦਾ ਰੋਲ ਹੈਗਾ ਬੜਾ ਵੱਡਾ। ਇਹਨਾਂ ਨੇ ਮਨਮਰਜ਼ੀ ਕੀਤੀ ਹੈ, ਇਹਨਾਂ ਨੇ ਕਿਸੇ ਪਰਵਾਹ ਨਹੀਂ ਕੀਤੀ। ਹਰਿੰਦਰਪਾਲ ਸਿੰਘ ਟੌੜਾ, ਜਥੇਦਾਰ ਟੌੜਾ ਦਾ ਦੋਹਤਾ ਹੈਗਾ, ਉਸਨੇ ਗੱਲ ਆਖੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰੀ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਉਸ ਕਰਕੇ ਪਾਰਟੀ ਹਾਰੀ ਹੈ। ਨਾਨੇ ਦਾ ਖੂਨ ਬੋਲਦਾ ਵੇ ਹੈ। ਹਾਂ ਵੀ ਮੌਕਾ ਗਰਮਾ ਹੁਣ ਠਾ ਕਰਦਾ, ਸੋਟਾ ਮਾਰ ਦਈਏ, ਲਈਏ ਕੁਝ ਨਾ ਕੁਝ। ਹੁਣ ਪਤਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਅਗਲੇ 5 ਸਾਲ ਕੀ ਸਟੈਂਡ ਕਰਦੀ ਹੈ। ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ, ਉੱਥੇ ਕੌਣ ਖੜਦਾ ਕੌਣ ਨਹੀਂ ਖੜਦਾ, ਕਿਹਨੂੰ ਮਿਲਦੀ ਕਿਹਨੂੰ ਨਹੀਂ ਮਿਲਦੀ। ਆਪਣੀਆਂ ਵੀ ਬਚਾ ਸਕਦੇ ਜਾਂ ਨਹੀਂ ਬਚਾ ਸਕਦੇ ਉਹਦੇ ਸਮੇਂ ਦੀ ਬੁੱਕਲ ਦੇ ਵਿੱਚ ਆ। ਕਿਉਂ ਨਾ ਹੁਣ ਆਪਣਾ ਵੱਤਰ ਵਾਲੀਏ। ਰਾਜਨੀਤਿਕ ਬਿਆਨ ਆ ਜੀ, ਉਦੋਂ ਅਸੀਂ ਦਿੱਤਾ ਸੀ ਰਾਜਨੀਤਿਕ ਬਿਆਨ। ਖੈਰ, ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।